ਤੇ ਸਾਰਿਆਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਤੇ ਵਿਸ਼ੇਸ਼ ਕਰਕੇ ਮੈਂ ਆਪਣੇ ਵੀਰ ਸਿਮਰਨਜੋਤ ਸਿੰਘ ਮੱਕੜ ਸਾਹਿਬ ਨੂੰ ਉਹਨਾਂ ਦੀ ਮਿਹਨਤ ਨੂੰ ਵੀ ਜੋ ਉਹਨਾਂ ਨੇ ਪਿਛਲੇ 1 ਸਾਲ ਤੋਂ ਇੱਕ ਚੈਨਲ ਤੋਂ ਇੱਕ ਐਜ਼ ਏ ਰਿਪੋਰਟਰ ਉੱਠ ਕੇ ਤੇ ਇੱਕ ਐਡਾ ਵੱਡਾ ਮੁਕਾਮ ਹਾਸਲ ਕਰਨਾ ਤੇ ਉਸ ਮੁਕਾਮ ਨੂੰ ਕਾਮਯਾਬੀਆਂ ਵੱਲ ਲੈ ਕੇ ਜਾਣਾ, ਸੋ ਵਧਾਈ ਦੇ ਪਾਤਰ ਨੇ। ਹੁਣ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋ ਰਿਹਾ, ਤੁਹਾਨੂੰ ਕੀ ਲੱਗਦਾ ਹੈ ਹੁਣ ਕਿਸਾਨਾਂ ਨੂੰ ਹੋਰ ਕਿੰਨਾ ਕੁ ਇੰਤਜ਼ਾਰ ਕਰਨਾ ਚਾਹੀਦਾ ਤੇ ਕਦੋਂ ਕੁ ਉਹਨਾਂ ਦੀ ਘਰ ਵਾਪਸੀ ਹੋਣੀ ਚਾਹੀਦੀ ਹੈ? ਦੇਖੋ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਤੁਸੀਂ ਕਹਿੰਦੇ ਮੋਦੀ ਕਦੇ ਝੁਕਿਆ ਨਹੀਂ। ਦੇਖੋ, ਲੀਡਰ ਆਉਂਦੇ ਨੇ, ਆਉਂਦੇ ਰਹਿਣਗੇ, ਸਮੇਂ ਦੇ ਹਿਸਾਬ ਨਾਲ ਇਹ ਕੁਰਸੀਆਂ ਮਿਲਦੀਆਂ ਨੇ ਤੇ ਕੁਰਸੀਆਂ ਜਾਂਦੀਆਂ ਰਹਿਣਗੀਆਂ। ਇਸ ਤਰੀਕੇ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਸੀ ਪੰਜਾਬ ਨੂੰ ਕਿ ਪੰਜਾਬ ਦੇ ਨੌਜਵਾਨ ਤਾਂ ਜੀ ਨਸ਼ੇੜੀ ਹੋ ਗਏ, 70-80% ਤਾਂ ਨੌਜਵਾਨ ਨਸ਼ੇੜੀ ਹੈ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕੀਤਾ ਸੀ। ਕਿਉਂਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਨੈਸ਼ਨਲ ਮੀਡੀਆ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕੋਸ਼ਿਸ਼ ਨਹੀਂ ਕੀਤੀ, ਉਹਨੇ ਕੀਤਾ ਆਪਣੇ ਵੱਲੋਂ, ਉਹਨਾਂ ਨੇ ਪੂਰਾ ਜ਼ੋਰ ਲਾਇਆ। ਦੇਖੋ, ਮੈਂ ਫਿਰ ਗੱਲ ਕਰਾਂਗੀ, ਇਹ ਕੋਸ਼ਿਸ਼ 1984 ਵਿੱਚ ਵੀ ਹੋਈ ਸੀ, ਪਰ 1984 ਵਿੱਚ ਸਾਡਾ ਜਿਹੜਾ ਮੀਡੀਆ ਸੀ ਉਹ ਸਟਰੋਂਗ ਨਹੀਂ ਸੀ ਤੇ ਅਸੀਂ ਅੱਜ ਤੱਕ ਜਿਹੜੀ 1984 ਤੋਂ ਲੈ ਕੇ 1993 ਤੱਕ ਦੀ ਸੱਚਾਈ ਆ ਉਹ ਅਸੀਂ ਲੋਕਾਂ ਤੱਕ ਨਹੀਂ ਲਿਜਾ ਸਕੇ। ਪਰ ਜਿਹੜਾ ਉਸ ਸਮੇਂ ਨੈਸ਼ਨਲ ਮੀਡੀਆ ਜੋ ਗੰਦ ਪਾਉਂਦਾ ਸੀ, ਸਾਡੇ ਤੇ ਅੱਤਵਾਦੀ ਦੇ ਟੈਗ ਲਾਉਂਦਾ ਸੀ, ਵੱਖਵਾਦੀ ਦੇ ਟੈਗ ਲਾਉਂਦਾ ਸੀ, ਜੋ ਵੀ ਸਾਡੇ ਤੇ ਟੈਗ ਲੱਗਦੇ ਸੀਗੇ, ਉਹ ਸ਼ਾਮ ਨੂੰ ਤੁਹਾਡੇ ਵਰਗੇ ਵੀਰ ਆਪਣੇ ਇਹਨਾਂ ਚੈਨਲ ਦੇ ਮਾਧਿਅਮ ਦੁਆਰਾ ਉਹ ਸਾਰੇ ਟੈਗ ਧੋ ਕੇ ਲੋਕਾਂ ਤੱਕ ਸੱਚਾਈ ਪਹੁੰਚਾ ਦਿੰਦੇ ਸੀ ਤੇ ਕੌਮ ਦੀ ਨੌਜਵਾਨੀ ਜਿਹਨੂੰ ਚਿੱਟੇ ਦੇ ਵਿੱਚ ਰੋਲਣ ਦੀ ਕੋਸ਼ਿਸ਼ ਕੀਤੀ ਗਈ, ਕੀਤੀ ਵੀ ਹੈ। ਪਰ ਮੈਂ ਕਹਿੰਦਾ ਵੀ ਉਹ ਕਹਿੰਦੇ ਕੁੱਬੇ ਦੇ ਲੱਤ ਵੱਜੀ ਤੇ ਕੁੱਬੇ ਨੂੰ ਰਾਸ ਆ ਗਈ। ਉਹ ਸਾਡੇ ਲੱਤ ਵੱਜੀ ਜ਼ਰੂਰ ਹੈ ਪਰ ਉਹ ਸਾਨੂੰ ਰਾਸ ਆ ਗਈ। ਸਾਡਾ ਨੌਜਵਾਨ ਯੂਥ ਜਾਗ ਉੱਠਿਆ ਤੇ ਅੱਜ ਕਿਹੜਾ ਵਰਗ ਹੈ ਜਿਹਨੂੰ ਯੂਥ ਸਵਾਲ ਨਹੀਂ ਕਰ ਰਿਹਾ। ਅੱਜ ਲੀਡਰਾਂ ਨੂੰ ਘਰੋਂ ਨਿਕਲਣਾ ਔਖਾ ਹੋਇਆ ਪਿਆ, ਅੱਜ ਵੱਡੇ ਵੱਡੇ ਅਫਸਰਾਂ ਨੂੰ ਘਰੋਂ ਨਿਕਲਣਾ ਔਖਾ ਹੋਇਆ ਪਿਆ, ਅੱਜ ਆਪਣੇ ਆਪ ਨੂੰ ਸਮਾਜ ਸੇਵੀ ਕਹਿਣ ਵਾਲੇ ਨੂੰ ਘਰੋਂ ਨਿਕਲਣਾ ਔਖਾ ਹੋਇਆ ਪਿਆ। ਹਰ ਇੱਕ ਵਰਗ, ਭਾਵੇਂ ਕੋਈ ਬਾਬਾ ਹੈ, ਭਾਵੇਂ ਕੋਈ ਲੀਡਰ ਹੈ, ਹਰ ਇੱਕ ਵਰਗ ਨੂੰ ਅੱਜ ਸਵਾਲ ਹੋ ਰਿਹਾ। ਆਪਾਂ ਨੂੰ ਲੱਗਦਾ ਵੀ ਬੀਜੇਪੀ ਹਾਰ ਗਈ ਜਾਂ ਮੋਦੀ ਹਾਰ ਗਿਆ, ਨਹੀਂ, ਮੈਨੂੰ ਲੱਗਦਾ ਉਹ ਦੁਬਾਰਾ ਬਹੁਤ ਵੱਡੀ ਤਿਆਰੀ ਨਾਲ ਆਉਣਗੇ। ਕਾਨੂੰਨਾਂ ਦੀ ਗੱਲ ਉਹ ਦੁਬਾਰਾ ਫੇਰ ਕਰਨਗੇ, ਪਰ ਹੁਣ ਉਸ ਤਰੀਕੇ ਨਾਲ ਕਰਨਗੇ ਵੀ ਤੁਸੀਂ ਉਦੋਂ ਤੁਹਾਡੇ ਚੁੰਡੀ ਵੱਢਣਗੇ, ਪੀੜ ਤੇ ਹੋਏਗੀ ਪਰ ਤੁਸੀਂ ਬੋਲ ਨਹੀਂ ਸਕੋਗੇ। ਉਹਨਾਂ ਨੇ ਤੁਹਾਡੀ ਹਰ ਇੱਕ ਰਗ ਨੂੰ ਸਮਝ ਲਿਆ ਕਿ ਜੇ ਇੱਕ ਵਾਰ ਅੰਦੋਲਨ ਉੱਥੋਂ ਮੋਰਚਾ ਪੁੱਟਿਆ ਗਿਆ, ਘਰ ਵਾਪਸ ਆ ਗਏ, ਠੀਕ ਹੈ, ਮੰਗਾਂ ਪੂਰੀਆਂ ਹੋ ਰਹੀਆਂ ਨੇ, ਤੇ ਕਿਤੇ ਨਾ ਕਿਤੇ ਇਹ ਵੀ ਸੋਚ ਕੇ ਡਰ ਲੱਗਦਾ ਕਿ ਜੇ ਇੰਨਾ ਏਕਾ ਦੁਬਾਰਾ ਇਕੱਠਾ ਨਾ ਹੋਇਆ ਤੇ ਫੇਰ ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ। ਜਿਸ ਦਿਨ ਹੁੰਦਾ ਤੇ ਉਸ ਦਿਨ ਵਾਕਈ ਇਕੱਠ ਨਹੀਂ ਹੁੰਦਾ। ਇਹ ਤੁਹਾਡੀ ਰਿਐਲਿਟੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੁੰਦੀ ਹੈ 2015 'ਚ, ਸਲਾਬ ਆ ਜਾਂਦਾ ਹੜ੍ਹ ਲੋਕਾਂ ਦਾ, ਸੜਕਾਂ 'ਤੇ, ਰੋਡਾਂ 'ਤੇ, ਘਰਾਂ ਤੋਂ ਬਾਹਰ, ਲੀਡਰ ਕੁੱਟੇ ਜਾਂਦੇ ਨੇ। ਬੇਅਦਬੀਆਂ ਦਾ ਦੌਰ ਲਗਾਤਾਰ ਚੱਲੀ ਗਿਆ। ਅੱਜ ਬੇਅਦਬੀ ਕਿਤੇ ਹੁੰਦੀ ਹੈ, ਗੁਰੂ ਪਾਤਸ਼ਾਹ ਦੀ ਦੁੱਖ ਲੱਗਦਾ ਹੈ, ਪਰ ਤੁਸੀਂ ਵੇਖਦੇ ਹੋ ਉਹ ਕੇਵਲ ਇੱਕ ਖਬਰ ਬਣ ਕੇ ਰਹਿ ਜਾਂਦੀ ਹੈ। ਪਿੰਡ ਦੇ ਲੋਕ ਇਕੱਠੇ ਹੁੰਦੇ ਨੇ, ਬਾਹਰ ਦੇ ਲੋਕ ਵੀ ਇਕੱਠੇ ਨਹੀਂ ਹੁੰਦੇ। ਸੋ ਇਹ ਹਾਲਾਤ ਬਣ ਚੁੱਕੇ ਨੇ ਸਾਡੇ। ਜਿਹੜਾ ਇਹ ਸੰਘਰਸ਼ ਹੈ ਇਹ ਸਾਡੇ ਬਜ਼ੁਰਗਾਂ ਦੇ ਮੋਢਿਆਂ 'ਤੇ ਜਿੱਤਿਆ ਸੀ। ਦੇਖੋ, ਜਿੱਥੇ ਸਟਾਰਟਿੰਗ ਯੂਥ ਨੇ ਕੀਤੀ ਹੈ ਨਾ, ਇਹਦਾ ਐਂਡ ਸਾਡੇ ਬਜ਼ੁਰਗਾਂ ਨੇ ਕੀਤਾ, ਕਿਉਂਕਿ ਇਸ ਸਮੇਂ ਉੱਥੇ ਬਜ਼ੁਰਗ ਜ਼ਿਆਦਾ ਬੈਠੇ ਸੀ, ਯੂਥ ਘੱਟ ਸੀ। ਇਹ ਸੰਘਰਸ਼ ਉਦੋਂ ਵੀ ਕਹਿੰਦਾ ਸੀ ਕਿ ਕਿਸਾਨ ਲੀਡਰਾਂ ਕਰਕੇ ਨਹੀਂ ਜਿੱਤਿਆ ਜਾਏਗਾ, ਇਹ ਸੰਘਰਸ਼ ਜਿੱਤਿਆ ਜਾਏਗਾ ਟਰਾਲੀਆਂ 'ਚ ਬੈਠਣ ਵਾਲਿਆਂ ਕਰਕੇ। ਵੇਖੋ, ਪਤਾ ਲੱਗਦਾ ਵੀ ਉੱਥੇ ਲੋਕਾਂ 'ਚ ਕਿਵੇਂ ਰਹੇ ਆ, ਕਿਵੇਂ ਵਿਚਰੇ, ਕਿਵੇਂ ਰੋਟੀਆਂ ਖਾਧੀਆਂ, ਕਿਵੇਂ ਇਸ਼ਨਾਨ ਕੀਤਾ। ਸੋ ਉਹ ਦਿਨ ਸਾਨੂੰ ਚੇਤੇ ਨੇ, ਉਹ ਭੁੱਲਣਗੇ ਨਹੀਂ। ਸਾਡੇ ਵਾਸਤੇ ਇੱਕ ਯਾਦਗਾਰ ਰਹਿੰਦੇ। ਸਵਾਸਾਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ। ਜਿੱਥੇ ਅਸੀਂ ਸੋਚਣਾ ਖਤਮ ਕਰ ਦਿੰਦੇ ਹਾਂ ਨਾ, ਨੋਟ ਕਰਿਓ ਸਿੱਖ ਸੰਗਤ, ਉੱਥੋਂ RSS ਸੋਚਣਾ ਸ਼ੁਰੂ ਕਰ। RSS ਐਡੀ ਮਜ਼ਬੂਤ ਹੈ ਵੀ ਮੋਹਨ ਭਾਗਵਤ ਦੀ ਜੁੱਤੀ ਥੱਲੇ ਮੋਦੀ ਕੰਮ ਕਰਦਾ ਹੈ। ਉਹ ਕਈ ਵਾਰ ਸਿਆਣੇ ਕਹਿੰਦੇ ਨੇ
ਵੀ ਜੇਕਰ ਘਿਓ ਖੀਰ ਵਿੱਚ ਡੁੱਲ ਜੇ ਨਾ ਤੇ ਉਹ ਘਿਓ ਕੰਮ ਨਾ ਆਵੇ, ਖੀਰ ਖਾਧੀ ਜਾਂਦੀ ਕੰਮ ਆ ਜਾਂਦਾ। ਪਰ ਜੇ ਉਹ ਘਿਓ ਸਵਾਹ ਦੇ ਵਿੱਚ ਡੁੱਲ ਜੇ, ਘਿਓ ਤਾਂ ਗਿਆ, ਸਵਾਹ ਵੀ ਨਹੀਂ ਭਾਂਡੇ ਮਾਂਜਣ ਦੇ ਕੰਮ ਰਹਿੰਦੀ। ਰੱਬ ਵਿਨਾਹੇ ਮਾਨਸਾ ਜੋ ਪਾਣੀ ਬੂਰ ਬਾਣੀ ਦੇ ਬੋਲ ਨੇ ਵੀ ਬੰਦੇ ਦੇ 100 ਕੰਮ ਚੰਗੇ ਹੋਣ ਤੇ ਇੱਕ ਕੰਮ ਕੋਈ ਐਸਾ ਹੋ ਜੇ ਉਹ 100 ਗੁਣਾ ਤੇ ਪਾਣੀ ਫੇਰ ਦਿੰਦਾ। ਸੋ ਇਸ ਤਰ੍ਹਾਂ ਮਨਜਿੰਦਰ ਸਿੰਘ ਸੇਸਾ ਦੇ ਇਸ ਸਟੈਪ ਨੇ, ਭਾਜਪਾ ਵੱਲ ਜਾਣ ਵਾਲੇ ਸਟੈਪ ਨੇ, ਜਿਹੜਾ ਉਹਦੇ ਚੰਗੇ ਸਾਰੇ ਗੁਣਾਂ ਨੂੰ ਖਤਮ ਕਰ ਦਿੱਤਾ। ਉਹ ਪਹਿਲਾਂ ਵੀ ਐਮਐਲਏ ਭਾਜਪਾ ਤੇ ਅਕਾਲੀ ਦਲ ਵੱਲੋਂ ਰਹਿ ਚੁੱਕੇ। ਬਿਲਕੁਲ। ਤੋ ਭਾਜਪਾ ਨਾਲ ਉਹਦੀ ਡੂੰਘੀ ਯਾਰੀ ਪਹਿਲਾਂ ਤੋਂ, ਭਾਵੇਂ ਬਾਦਲਾਂ ਦੀ ਘੱਟ ਹੋਵੇਗੀ, ਸੁਖਬੀਰ ਬਾਦਲ ਦੀ, ਪਰ ਮਨਜਿੰਦਰ ਸਿਰਸਾ ਦੀ ਨੇੜਤਾ ਪਹਿਲਾਂ ਤੋਂ ਹੀ ਜ਼ਿਆਦਾ ਸੀ। ਪਰਵਾਨਾ ਜੀ, ਉਹ ਤਾਂ ਫਿਰ ਹੁਣ ਸਵਾਲ ਉੱਠਣ ਲੱਗ ਗਏ ਨਾ ਕਿ ਮਨਜਿੰਦਰ ਸਿਰਸਾ ਨੇ ਕੀਤਾ ਹੀ ਤਾਂ ਆ ਕਿ ਉਹਨਾਂ ਨੇ ਇੱਧਰ ਦੇਖੋ, ਸਵਾਲ ਉੱਠਣੇ ਵੱਖਰੀ ਗੱਲ ਹੈ, ਜਦੋਂ ਲੋਕਾਂ 'ਚ ਆਏਗਾ ਉਹਦਾ ਉਸ ਤਰੀਕੇ ਨਾਲ ਵਿਰੋਧ ਹੋਊਗਾ ਵੀ ਉਹਨੂੰ ਜ਼ਿੰਦਗੀ ਵੀ ਬਹੁਤ ਲੱਗੇਗੀ। ਨਹੀਂ ਮੰਨਿਆ ਜਾ ਰਿਹਾ, ਕਹਿੰਦੇ ਕਿ ਭਾਜਪਾ ਸਿਰਸਾ ਨੂੰ ਲੈ ਕੇ ਹੀ ਪੰਜਾਬ ਆਏਗੀ। ਲੈ ਕੇ ਆਏਗੀ, ਉਹ ਪੰਜਾਬ ਨੂੰ ਵੀ ਪਤਾ ਤੇ ਪੰਜਾਬੀਆਂ ਨੂੰ ਵੀ ਪਤਾ ਅਸੀਂ ਕੀ ਕਰਨਾ, ਨੌਜਵਾਨਾਂ ਨੂੰ ਵੀ ਪਤਾ, ਕਿਸਾਨਾਂ ਨੂੰ ਵੀ ਪਤਾ ਅਸੀਂ ਕੀ ਕਰਨਾ। ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਭਾਜਪਾ ਦਾ ਕਿਹੜੇ ਹਾਰਾਂ ਨਾਲ ਸਵਾਗਤ ਕਰਨਾ। 2022 ਦੇ ਵਿੱਚ ਹੁਣ ਦੋ ਕੁ ਮਹੀਨੇ ਰਹਿ ਗਏ ਆ, ਇਲੈਕਸ਼ਨ ਆਊਗੀ। ਤੁਹਾਨੂੰ ਲੱਗਦਾ ਕਿ ਕੋਈ ਐਸੀ ਪਾਰਟੀ ਆ ਸਕਦੀ ਹੈ ਜਿਹੜੀ ਵਾਕਈ ਦੇ ਵਿੱਚ ਪੰਜਾਬ ਦਾ ਭਲਾ ਕਰ ਸਕਦੀ? ਪਰ ਤੁਹਾਨੂੰ ਇਹ ਅਹੁਦਾ ਇਸ ਕਰਕੇ ਨਹੀਂ ਮਿਲਿਆ ਵੀ ਤੁਸੀਂ ਲੋਕਾਂ ਨੂੰ ਦੱਸੋ ਵੀ ਮੈਂ ਨਾਗਵਲ। ਤੁਹਾਡੇ ਕੋਲ ਅਸੀਂ ਨਾਗਵਲ ਨਹੀਂ ਸਿੱਖਣੇ ਚੰਨੀ ਸਾਹਿਬ, ਤੁਹਾਡੇ ਕੋਲ ਅਸੀਂ ਧਾਰਾਂ ਕੱਢਣੀਆਂ ਨਹੀਂ ਸਿੱਖਣੀਆਂ। ਤੁਸੀਂ ਸਾਨੂੰ ਯਾਰ ਮੈਡੀਕਲ ਦਿਓ, ਸਾਨੂੰ ਐਜੂਕੇਸ਼ਨ ਦਿਓ, ਸਾਨੂੰ ਰੁਜ਼ਗਾਰ ਦਿਓ, ਸਾਨੂੰ ਫੈਕਟਰੀ ਦਿਓ, ਸਾਨੂੰ ਸਿਸਟਮ ਦਿਓ, ਆਹ ਚਾਹੀਦਾ। ਇਸ ਵਿਸ਼ੇ 'ਤੇ ਕੋਈ ਗੱਲ ਹੀ ਨਹੀਂ ਕਰ ਰਿਹਾ। ਸੋ ਐਲਾਨਾਂ ਨਾਲ ਨਹੀਂ ਹੁੰਦਾ ਕੁਛ, ਗਰਾਊਂਡ ਲੈਵਲ 'ਤੇ ਜੇ ਐਲਾਨ ਹੀ ਹੁੰਦੇ ਪੱਕੇ ਕਰਤੇ ਮੁਲਾਜ਼ਮ, ਉਹ ਤਾਂ ਰੋਡਾਂ 'ਤੇ ਬੈਠੇ ਹੋਏ ਨੇ ਸਾਰੇ ਮੁਲਾਜ਼ਮ। ਅੱਜ ਹੀ ਬਿਆਨ ਆਇਆ, ਉਹ ਕਹਿੰਦੇ ਮੈਂ ਐਲਾਨ ਜੀਤ ਨਹੀਂ, ਮੈਂ ਵਿਸ਼ਵਾਸ। ਨਹੀਂ, ਵਿਸ਼ਵਾਸ ਜੀ ਤੇ ਕਿਹਨੂੰ ਮਿਲ ਗਈਆਂ ਨੌਕਰੀਆਂ? ਜਵਾਬ ਦਿਓ। ਕਿਸਾਨਾਂ ਨੂੰ ਕੀ ਮਿਲ ਗਿਆ ਹੁਣ ਤੱਕ? ਜਿਹੜੇ ਕਹਿੰਦੇ ਕਿਸਾਨਾਂ ਨੂੰ, ਜਾਂ ਕਿੰਨੇ ਕੁ ਸਪੋਰਟਸ ਕੋਟੇ 'ਚ ਕੀ ਹੋ ਗਿਆ? ਉਹ ਇਹ ਹੈ ਵੀ ਉਹਨਾਂ ਦੇ ਦੋਸ਼ ਨਹੀਂ ਕੋਈ ਉਹਨਾਂ ਦਾ। ਜਿਹੜੇ ਬੰਦੇ ਨੂੰ ਮਹੀਨੇ ਹੀ 2 ਮਿਲਣ, 4.5 ਸਾਲ ਕੈਪਟਨ ਕੁਝ ਕਰਕੇ ਨਹੀਂ ਗਿਆ, 2 ਸਾਲ ਚੰਨੀ ਕੀ ਕਰੂਗਾ? ਜਦੋਂ ਚੰਨੀ ਜੀ ਮੰਤਰੀ ਸੀ, ਐਮਐਲਏ ਸੀ, ਉਦੋਂ ਦੀਆਂ ਵੀਡੀਓਜ਼ ਦਿਖਾ ਦਿਓ ਲੋਕਾਂ 'ਚ ਆਮ ਵਿਚਰਨ ਦੀਆਂ, ਮੈਂ ਤੁਹਾਡਾ ਦੇਣਦਾਰ ਹੁੰਦਾ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਸਭ? ਉਦੋਂ ਦੀਆਂ ਵੀਡੀਓ ਦਿਖਾਓ, ਲੋਕਾਂ 'ਚ ਆਮ ਬੈਠ ਕੇ ਚਾਹ ਪੀਂਦੇ ਪਏ ਜਾਂ ਲੋਕਾਂ 'ਚ ਆਮ ਬੈਠੇ, ਇੱਦਾਂ ਦੀਆਂ ਕੋਈ ਵੀਡੀਓ ਹੈਗੀਆਂ ਨੇ? ਮੈਂ ਤਾਂ ਕਦੇ ਨਹੀਂ ਵੇਖੀਆਂ। ਮੁੱਖ ਮੰਤਰੀ ਬਣਨ ਤੋਂ ਬਾਅਦ ਸੈਲੀਬ੍ਰਿਟੀ ਭਾਜੀ ਨੋਰਮਲ ਗੱਲਾਂ ਨੇ। ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ, ਮੰਡੀ ਵਿੱਚ 1000 ਰੁਪਈਆ ਤੇ ਸ਼ਰਾਬ ਦੀ ਬੋਤਲ ਲੈ ਕੇ ਜਾਈਏ ਨਾ ਤੇ ਗਧਾ ਨਹੀਂ ਖਰੀਦਿਆ ਜਾਂਦਾ, ਪਰ ਰਾਜਨੀਤਿਕ ਲੋਕ ਤੁਹਾਨੂੰ 1000 ਰੁਪਈਏ ਤੇ ਇੱਕ ਬੋਤਲ ਵਿੱਚ ਖਰੀਦ ਜਾਂਦੇ ਨੇ। ਇਹ ਔਕਾਤ ਹੈ ਤੁਹਾਡੀ, ਇਸ ਚੀਜ਼ ਤੋਂ ਬਚ ਜਾਓ। ਤੁਸੀਂ ਆਪਣਾ ਨੇਤਾ ਚੰਗਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰੌਬਰਿੰਦਰ ਸਿੰਘ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਔਨ 에ਅਰ 1 ਸਾਲ ਦਾ ਹੋ ਗਿਆ ਹੈ। 1 ਸਾਲ ਦੇ ਹੋਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿਸਾਨੀ ਅੰਦੋਲਨ ਦੀ ਜਿੱਤ ਦੀਆਂ। ਦਰਸ਼ਕਾਂ ਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸੰਸਦ ਦੇ ਵਿੱਚ ਜਾ ਕੇ ਖੇਤੀ ਕਾਨੂੰਨਾਂ ਦੇ ਬਿੱਲ ਤਿਆਰ ਕੀਤੇ, ਕਾਨੂੰਨ ਬਣਾਏ ਗਏ ਸੀ, ਉਸੇ ਤਰੀਕੇ ਦੇ ਨਾਲ ਹੁਣ ਸਰਕਾਰ ਨੇ ਆਪਣੇ ਉਹਨਾਂ ਹੀ ਹੱਥਾਂ ਦੇ ਨਾਲ ਕਾਨੂੰਨ ਢਾਹ ਦਿੱਤੇ ਨੇ। ਤੇ ਵੱਡੀ ਖੁਸ਼ਖਬਰੀ ਦੀ ਗੱਲ ਇਹ ਵੀ ਆ ਕਿ ਅੱਜ ਰਾਸ਼ਟਰਪਤੀ ਨੇ ਵੀ ਇਹਨਾਂ ਕਾਨੂੰਨਾਂ ਦੇ ਰੱਦ ਹੋਣ ਤੇ ਮੋਹਰ ਲਗਾ ਦਿੱਤੀ ਹੈ। ਸੋ ਔਨ 에ਅਰ ਦੁੱਗਣੀਆਂ ਖੁਸ਼ੀਆਂ ਅੱਜ ਮਨਾ ਰਿਹਾ। ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਸਿੱਖ ਪ੍ਰਚਾਰਕ ਵਰਜਿੰਦਰ ਸਿੰਘ ਪਰਵਾਨਾ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਪਰਵਾਨਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਦਾਂ ਕਿ ਮੈਂ ਦੱਸਿਆ ਕਿ 2 ਖੁਸ਼ੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ, ਤੇ ਤੁਸੀਂ 2 ਸ਼ਬਦਾਂ ਦੇ ਵਿੱਚ ਕੀ ਕਹੋ? ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਨ 에ਅਰ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ, ਦਰਸ਼ਕ ਸ਼ਬਦ ਵੀ ਨਹੀਂ ਵਰਤਾਂਗਾ, ਪਰਿਵਾਰ ਬਣ ਜਾਂਦਾ ਹੈ ਜਦੋਂ ਅਸੀਂ ਕਿਸੇ ਚੈਨਲ ਨੂੰ ਵੇਖਦੇ ਹਾਂ। ਤੇ ਸਾਰਿਆਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ, ਤੇ ਵਿਸ਼ੇਸ਼ ਕਰਕੇ ਮੈਂ ਆਪਣੇ ਵੀਰ ਸਿਮਰਨਜੋਤ ਸਿੰਘ ਮੱਕੜ ਸਾਹਿਬ ਨੂੰ, ਉਹਨਾਂ ਦੀ ਮਿਹਨਤ ਨੂੰ ਵੀ, ਜੋ ਉਹਨਾਂ ਨੇ ਪਿਛਲੇ 1 ਸਾਲ ਤੋਂ ਇੱਕ ਚੈਨਲ ਤੋਂ ਇੱਕ ਐਜ਼ ਏ ਰਿਪੋਰਟਰ ਉੱਠ ਕੇ ਤੇ ਇੱਕ ਐਡਾ ਵੱਡਾ ਮੁਕਾਮ ਹਾਸਲ ਕਰਨਾ ਤੇ ਉਸ ਮੁਕਾਮ ਨੂੰ ਕਾਮਯਾਬੀਆਂ ਵੱਲ ਲੈ ਕੇ ਜਾਣਾ, ਸੋ ਵਧਾਈ ਦੇ ਪਾਤਰ ਨੇ। ਤੇ ਦੂਜਾ, ਇੱਕ ਹਿਸਟੋਰੀਕਲ ਡੇ ਬਣ ਗਿਆ ਤੁਹਾਡੇ ਵਾਸਤੇ ਜੀ। ਤੇ ਜਦੋਂ ਵੀ
ਤੁਸੀਂ ਹੁਣ ਸਾਲਗਿਰਾ ਮਨਾਇਆ ਕਰੋਗੇ ਔਨ 에ਅਰ ਦੀ, ਤੇ ਉਸੇ ਦਿਨ ਕਿਸਾਨਾਂ ਦੇ ਜਿਹੜਾ ਬਿੱਲ ਹੈ ਉਹ ਰੱਦ ਹੋਣ ਦੀ ਖੁਸ਼ੀ ਵੀ ਜਿਹੜੀ ਹੈ ਉਹ ਮਨਾਇਆ ਕਰੋਗੇ। ਮੇਰੇ ਲਈ ਤਾਂ ਇਹ ਹੋ ਗਿਆ ਨਾ ਪ੍ਰਵਾਨਾ ਜੀ ਕਿ ਸ਼ੁਰੂਆਤ ਵੀ ਚੈਨਲ ਦੀ ਦੇਖੋ ਕਿਸਾਨੀ ਅੰਦੋਲਨ ਤੋਂ ਹੀ ਹੁੰਦੀ ਹੈ, ਤੇ ਪਹਿਲਾ ਸਾਲ ਵੀ ਅਸੀਂ ਉਦੋਂ ਹੀ ਮਨਾ ਰਹੇ ਹਾਂ ਜਦੋਂ ਜਿੱਤ ਹੋਈ ਹੈ ਜੀ। ਇਹ ਕੁਦਰਤ ਵੱਲੋਂ ਗੋਡ ਗਿਫਟ ਹੁੰਦੀਆਂ ਚੀਜ਼ਾਂ ਜੋ ਨਾਲ ਨਾਲ ਔਰਾ ਪਰਮੇਸ਼ਰ ਦਾ ਕੰਮ ਹੁੰਦਾ। ਉਹ ਕਹਿੰਦੇ ਤੂੰ ਤੁਰੀ ਜਾ ਤੇ ਮੈਂ ਤੇਰੇ ਨਾਲ ਆ, ਤੇ ਤੁਸੀਂ ਤੁਰਦੇ ਗਏ ਤੇ ਉਹ ਪਰਮੇਸ਼ਰ ਤੁਹਾਨੂੰ ਵਡਿਆਈ ਵੀ ਦਿੰਦਾ ਗਿਆ ਔਰ ਤੁਹਾਡੇ ਨਾਲ ਉਹ ਡੇਟਾਂ ਵੀ ਜੋੜ ਦਿੱਤੀਆਂ ਜਿਹੜੀਆਂ ਆਪਣੇ ਆਪ ਦੇ ਵਿੱਚ ਇੱਕ ਵਧਾਈ ਦਾ ਪਾਤਰ ਨੇ। ਉਹ ਤਰੀਕਾ ਜੀ ਜਿਸ ਤਰੀਕੇ ਦੇ ਨਾਲ ਹੁਣ ਸਰਕਾਰ ਮੰਨੀ ਹੈ, ਇਸ ਤੋਂ ਪਹਿਲਾਂ ਪ੍ਰਵਾਨਾ ਜੀ ਕਿਹਾ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਐਸੇ ਪ੍ਰਧਾਨ ਮੰਤਰੀ ਨੇ ਵੀ ਜਿਹੜੀ ਗੱਲ ਕਰਤੀ ਪੱਥਰ ਤੇ ਲਕੀਰ ਆ, ਵਾਪਸ ਨਹੀਂ ਲੈ ਜਾਣੀ ਜੀ। 70 ਦਾ ਅਸੀਂ ਦੇਖਿਆ, ਹਾਲਾਂਕਿ ਕਸ਼ਮੀਰ ਦੇ ਲੋਕਾਂ ਦੇ ਵੱਲੋਂ ਆਵਾਜ਼ ਉਨੀ ਨਹੀਂ ਚੁੱਕੀ ਗਈ ਜਾਂ ਚੁੱਕੀ ਵੀ ਗਈ ਤਾਂ ਦਬਾ ਦਿੱਤੀ ਗਈ ਸੀ ਜੀ। ਪੰਜਾਬ ਹੁਣ ਇਸ ਮਾਮਲੇ ਦੇ ਵਿੱਚ ਮੋਹਰੀ ਹੋ ਕੇ ਚੱਲਿਆ ਜੀ। ਹੌਲੀ ਹੌਲੀ ਹਰਿਆਣਾ ਵੀ ਮਿਲਿਆ, ਯੂਪੀ, ਫਿਰ ਸਾਰੇ ਹੀ ਜੀ ਸਾਥ ਮਿਲਿਆ ਤੇ ਏਕਤਾ ਦੀ ਅੱਜ ਅਸੀਂ ਕਹਿ ਰਹੇ ਹਾਂ ਕਿ ਜਿੱਤ ਹੋਈ ਹੈ। ਹੁਣ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋ ਰਿਹਾ, ਤੁਹਾਨੂੰ ਕੀ ਲੱਗਦਾ ਹੁਣ ਕਿਸਾਨਾਂ ਨੂੰ ਹੋਰ ਕਿੰਨਾ ਕੁ ਇੰਤਜ਼ਾਰ ਕਰਨਾ ਚਾਹੀਦਾ ਤੇ ਕਦੋਂ ਕੁ ਉਹਨਾਂ ਦੀ ਘਰ ਵਾਪਸੀ ਹੋਣੀ ਚਾਹੀਦੀ ਹੈ? ਦੇਖੋ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਤੁਸੀਂ ਕਹਿੰਦੇ ਮੋਦੀ ਕਦੇ ਝੁਕਿਆ ਨਹੀਂ। ਦੇਖੋ, ਲੀਡਰ ਆਉਂਦੇ ਨੇ, ਆਉਂਦੇ ਰਹਿਣਗੇ, ਸਮੇਂ ਦੇ ਹਿਸਾਬ ਨਾਲ ਇਹ ਕੁਰਸੀਆਂ ਮਿਲਦੀਆਂ ਨੇ ਤੇ ਕੁਰਸੀਆਂ ਜਾਂਦੀਆਂ ਰਹਿਣਗੀਆਂ। ਪਰ ਜਦੋਂ ਅਸੀਂ ਆਪਣੇ ਕੌਮ ਦੇ ਅਖਲਾਕ ਦੀ, ਕੌਮ ਦੇ ਕਿਰਦਾਰ ਦੀ, ਕੌਮ ਦੀ ਅਣਖ ਤੇ ਗੈਰਤ ਦੀ ਗੱਲ ਕਰਦੇ ਹਾਂ ਤੇ ਸਾਡਾ ਇੱਕ ਮਾਣ ਮੱਤਾ ਇਤਿਹਾਸ ਹੈ ਜੋ ਸਾਡੇ ਵੱਡਿਆਂ ਵਡੇਰਿਆਂ ਵੱਲੋਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਜਿਹੜਾ ਲਹੂ ਡੋਲ ਕੇ ਜਿਹੜਾ ਸਾਨੂੰ ਦਿੱਤਾ ਗਿਆ। ਸੋ ਅਸੀਂ ਇਸ ਗੱਲ ਤੇ ਹੰਕਾਰ ਨਹੀਂ ਕਰ ਰਹੇ ਵੀ ਮੋਦੀ ਨੇ ਕਾਨੂੰਨ ਵਾਪਸ ਲੈ ਲਏ, ਹੰਕਾਰੀ ਨਹੀਂ। ਸਾਨੂੰ ਮਾਣ ਹੈ ਆਪਣੇ ਆਪ ਤੇ, ਉਸ ਇਤਿਹਾਸ ਤੇ ਵੀ ਅਸੀਂ ਆਪਣੇ ਇਤਿਹਾਸ ਨੂੰ ਝੂਠਾ ਨਹੀਂ ਪੈਣ ਦਿੱਤਾ। ਜੋ ਸਾਡਾ ਇਤਿਹਾਸ ਸਾਡੇ ਵੱਡੇ ਲਿਖ ਕੇ ਗਏ ਸੀ, ਸਾਡੀ ਹੁਣ ਵਾਲੀ ਪੀੜ੍ਹੀ ਨੇ, ਨੌਜਵਾਨ ਪੀੜ੍ਹੀ ਨੇ ਉਸ ਇਤਿਹਾਸ ਨੂੰ ਸਹੀ ਕਰਕੇ ਜਿਹੜਾ ਆਪਣੇ ਹੱਕ ਜਿਹੜੇ ਨੇ ਉਹ ਲਏ ਨੇ। ਤਾਂ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੋਊਗੀ ਕਿ ਜੋ ਗੁਰੂ ਸਾਹਿਬ ਦੇ ਵੇਲੇ ਤੋਂ ਕੌਮ ਕਰਦੀ ਆ ਰਹੀ ਹੈ ਤੇ ਫਿਰ ਅੰਗਰੇਜ਼ਾਂ ਦਾ ਰਾਜ ਵੀ ਹੋਇਆ। ਪਹਿਲਾਂ ਧਰਮ ਦੇ ਲਈ ਤਾਂ ਬਹੁਤ ਸਾਰੀਆਂ ਕੁਰਬਾਨੀਆਂ ਕੌਮ ਨੇ ਦਿੱਤੀਆਂ ਹੀ ਨੇ। ਅੰਗਰੇਜ਼ਾਂ ਦੇ ਵਿੱਚ ਰਾਜ ਦੇ ਵਿੱਚ ਵੀ ਸਭ ਤੋਂ ਪਹਿਲੀ ਜਿਹੜੀ ਆਵਾਜ਼ ਉਠਾਈ ਸੀ ਉਹ ਕੂਕਾ ਅੰਦੋਲਨ ਦੇ ਜ਼ਰੀਏ ਕੀਤੀ ਗਈ ਸੀ। ਤੋਪਾਂ ਦੇ ਅੱਗੇ ਸ਼ਹੀਦੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਜੇ ਦੇਸ਼ ਆਜ਼ਾਦ ਵੀ ਹੋਇਆ ਤਾਂ ਦੇਖੋ ਪੰਜਾਬ ਦੇ ਟੁਕੜੇ ਹੋਏ। ਉੱਥੇ ਫਿਰ ਸਿੱਖ ਕੌਮ ਨੇ ਇੱਕ ਬਹੁਤ ਵੱਡਾ ਆਪਣੇ ਤੇ ਸਿਹਾ, ਇੱਕ ਬਹੁਤ ਵੱਡਾ ਸੰਤਾਪ ਚੱਲਿਆ। ਤੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਤਾਂ ਜੇ ਕਦੇ ਲੜਾਈ ਹੁੰਦੀ ਆ ਤਾਂ ਸਿੱਖਾਂ ਨੇ ਅੱਗੇ ਹੋ ਕੇ ਦੇਸ਼ ਦੀਆਂ ਹੱਦਾਂ ਦੀ ਸੁਰੱਖਿਆ ਕੀਤੀ ਹੈ ਜੀ। ਤੇ ਹੁਣ ਅਸੀਂ ਮੰਨ ਰਹੇ ਸੀ ਪਿਛਲੇ ਕਈ ਸਾਲਾਂ ਤੋਂ ਜਿਸ ਤਰੀਕੇ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਸੀ ਪੰਜਾਬ ਨੂੰ ਕਿ ਪੰਜਾਬ ਦੇ ਨੌਜਵਾਨ ਤਾਂ ਜੀ ਨਸ਼ੇੜੀ ਹੋ ਗਏ, 70-80% ਤਾਂ ਨੌਜਵਾਨ ਨਸ਼ੇੜੀ ਹੈ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕੀਤਾ ਸੀ। ਕਿਵੇਂ ਦੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਇੱਕ ਉਹ ਦਿਨ ਸੀ ਜਦੋਂ ਇੰਨਾ ਵੱਡਾ ਕਲੰਕ ਮੱਥੇ ਤੇ ਲਾਇਆ ਜਾ ਰਿਹਾ ਸੀ ਤੇ ਇੱਕ ਇਹ ਦਿਨ ਹੈ ਕਿ ਜਿਹੜਾ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਵਿਰਸੇ ਨੂੰ ਤਾਜ਼ਾ ਕਰਕੇ ਦਿਖਾ ਦਿੱਤਾ ਕਿ ਇਸ ਤਰ੍ਹਾਂ ਦੀ ਕੌਮ ਹੈ। ਵੱਡੇ ਵੀਰ, ਮੇਰੀਆਂ ਅੱਜ ਤੋਂ ਸਾਲ ਪਹਿਲਾਂ ਦੀਆਂ ਇੰਟਰਵਿਊਜ਼ ਤੁਸੀਂ ਵੇਖੋਗੇ ਕਿਸਾਨੀ ਅੰਦੋਲਨ ਦੀਆਂ, ਤੇ ਮੈਂ ਉਹਦੇ 'ਚ ਇੱਕ ਗੱਲ ਅਕਸਰ ਕਹਿੰਦਾ ਸੀ ਤੇ ਤੁਹਾਨੂੰ ਆਪਣੇ ਆਪ ਨੂੰ ਉਸ ਗੱਲ 'ਤੇ ਮਾਣ ਮਹਿਸੂਸ ਹੋਏਗਾ। ਮੈਨੂੰ ਤਾਂ ਉਦੋਂ ਹੀ ਮਾਣ ਮਹਿਸੂਸ ਹੁੰਦਾ ਸੀ। ਮੈਂ ਇਹ ਕਹਿੰਦਾ ਸੀ ਵੀ ਜਦੋਂ ਕਿਸਾਨੀ ਸੰਘਰਸ਼ ਦਾ ਜਿੱਤ ਦਾ ਇਤਿਹਾਸ ਲਿਖਿਆ ਜਾਏਗਾ ਤੇ ਉਹਦੇ 4 ਥੰਮਾਂ ਦੇ ਵਿੱਚ ਇੱਕ ਥੰਮ ਹੋਊਗਾ ਜਿਹੜਾ ਸੋਸ਼ਲ ਮੀਡੀਆ, ਇਹ ਤੁਹਾਡੇ ਚੈਨਲ। ਮੈਂ ਉਦੋਂ ਇਹ ਗੱਲ ਅਕਸਰ ਜਿਹੜਾ ਵੀ ਪੱਤਰਕਾਰ ਆਉਂਦਾ ਸੀ ਮੈਂ ਕਹਿੰਦਾ ਸੀ, ਕਿਉਂਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਨੈਸ਼ਨਲ ਮੀਡੀਆ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਨਹੀਂ ਕੀਤੀ, ਉਹਨੇ ਕੀਤਾ ਆਪਣੇ ਵੱਲੋਂ, ਉਹਨਾਂ ਨੇ ਪੂਰਾ ਜ਼ੋਰ ਲਾਇਆ। ਦੇਖੋ, ਮੈਂ ਫਿਰ ਗੱਲ ਕਰਾਂ ਵੀ ਇਹ ਕੋਸ਼ਿਸ਼ 1984 ਵਿੱਚ ਵੀ ਹੋਈ ਸੀ, ਪਰ 1984 ਵਿੱਚ ਸਾਡਾ ਜਿਹੜਾ ਮੀਡੀਆ ਸੀ ਉਹ ਸਟਰੋਂਗ ਨਹੀਂ ਸੀ ਤੇ ਅਸੀਂ ਅੱਜ ਤੱਕ ਜਿਹੜੀ 1984 ਤੋਂ ਲੈ ਕੇ 1993 ਤੱਕ ਦੀ ਸੱਚਾਈ ਆ ਉਹ ਅਸੀਂ ਲੋਕਾਂ ਤੱਕ ਨਹੀਂ ਲਿਜਾ ਸਕੇ ਕਿਉਂਕਿ ਸਾਡੇ ਕੋਲ ਮੀਡੀਆ ਨਹੀਂ ਸੀ। ਪਰ ਜਿਹੜਾ ਉਸ ਸਮੇਂ ਨੈਸ਼ਨਲ ਮੀਡੀਆ ਜੋ ਗੰਦ ਪਾਉਂਦਾ ਸੀ, ਸਾਡੇ ਤੇ ਅੱਤਵਾਦੀ ਦੇ ਟੈਗ ਲਾਉਂਦਾ ਸੀ, ਵੱਖਵਾਦੀ ਦੇ ਟੈਗ ਲਾਉਂਦਾ ਸੀ, ਜੋ ਵੀ ਸਾਡੇ ਤੇ ਟੈਗ ਲੱਗਦੇ ਸੀਗੇ, ਉਹ ਸ਼ਾਮ ਨੂੰ ਤੁਹਾਡੇ ਵਰਗੇ ਵੀਰ ਆਪਣੇ ਇਹਨਾਂ ਚੈਨਲ ਦੇ ਮਾਧਿਅਮ ਦੁਆਰਾ ਉਹ ਸਾਰੇ ਟੈਗ ਧੋ ਕੇ ਲੋਕਾਂ ਤੱਕ ਸੱਚਾਈ ਪਹੁੰਚਾ ਦਿੰਦੇ ਸੀ।
ਸੋ ਇਸ ਕਰਕੇ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕੌਮ ਦਾ ਕਿਰਦਾਰ, ਕੌਮ ਦਾ ਅਖਲਾਕ ਤੇ ਕੌਮ ਦੀ ਨੌਜਵਾਨੀ ਜਿਹਨੂੰ ਚਿੱਟੇ ਦੇ ਵਿੱਚ ਰੋਲਣ ਦੀ ਕੋਸ਼ਿਸ਼ ਕੀਤੀ ਵੀ ਹੈ। ਪਰ ਮੈਂ ਕਹਿੰਦਾ ਵੀ ਉਹ ਕਹਿੰਦੇ ਕੁੱਬੇ ਦੇ ਲੱਤ ਵੱਜੀ ਤੇ ਕੁੱਬੇ ਨੂੰ ਰਾਸ ਆ ਗਈ। ਉਹ ਸਾਡੇ ਲੱਤ ਵੱਜੀ ਜ਼ਰੂਰ ਹੈ ਪਰ ਉਹ ਸਾਨੂੰ ਰਾਸ ਆ ਗਈ। ਸਾਡਾ ਨੌਜਵਾਨ ਯੂਥ ਜਾਗ ਉੱਠਿਆ ਤੇ ਅੱਜ ਕਿਹੜਾ ਵਰਗ ਹੈ ਜਿਹਨੂੰ ਯੂਥ ਸਵਾਲ ਨਹੀਂ ਕਰ ਰਿਹਾ। ਅੱਜ ਲੀਡਰਾਂ ਨੂੰ ਘਰੋਂ ਨਿਕਲਣਾ ਔਖਾ ਹੋਇਆ ਪਿਆ, ਅੱਜ ਵੱਡੇ ਵੱਡੇ ਅਫਸਰਾਂ ਨੂੰ ਘਰੋਂ ਨਿਕਲਣਾ ਔਖਾ ਹੋਇਆ ਪਿਆ, ਅੱਜ ਆਪਣੇ ਆਪ ਨੂੰ ਸਮਾਜ ਸੇਵੀ ਕਹਿਣ ਵਾਲੇ ਨੂੰ ਘਰੋਂ ਨਿਕਲਣਾ ਔਖਾ ਹੋਇਆ ਪਿਆ। ਹਰ ਇੱਕ ਵਰਗ, ਭਾਵੇਂ ਕੋਈ ਬਾਬਾ ਹੈ ਭਾਵੇਂ ਕੋਈ ਲੀਡਰ ਹੈ, ਹਰ ਇੱਕ ਵਰਗ ਨੂੰ ਅੱਜ ਸਵਾਲ ਹੋ ਰਿਹਾ। ਮੈਂ ਉਹੀ ਗੱਲ ਕਹਿ ਰਿਹਾ ਸੀ ਕਿ ਜਿਹੜੇ ਤੁਸੀਂ ਇਹ ਗੱਲ ਦਾ ਜਵਾਬ ਦੇ ਰਹੇ ਹੋ, ਬੜਾ ਚੰਗਾ ਤੁਸੀਂ ਜਵਾਬ ਦਿੱਤਾ, ਕਿਉਂਕਿ ਅੱਜ ਕੱਲ੍ਹ ਜਿਹੜੇ ਬੀਜੇਪੀ ਸਮਰਥਕ ਜ਼ਿਆਦਾਤਰ ਉਹ ਇਹ ਸਵਾਲ ਉਠਾ ਰਹੇ ਸੀ ਜਿਹਦਾ ਜਵਾਬ ਤੁਸੀਂ ਆਲਰੇਡੀ ਦੇਤਾ ਕਿ ਜੀ 84 ਦੇ ਵਿੱਚ ਵੀ ਤੁਹਾਡੇ ਤੇ ਬੜਾ ਜ਼ੁਲਮ ਹੋਇਆ ਸੀ, ਉਦੋਂ ਤਾਂ ਤੁਸੀਂ ਅੰਦੋਲਨ ਨਹੀਂ ਕੀਤਾ ਤੇ ਹੁਣ ਕਿਉਂ ਕਰ ਰਹੇ ਹੋ। ਉਹ ਵਾਕਈ ਪਰਵਾਨਾ ਸਾਹਿਬ ਦੀ ਇਹ ਜਿਹੜਾ ਜਵਾਬ ਇਹਨਾਂ ਨੇ ਦਿੱਤਾ ਹੈ ਇਹ ਵਾਕਈ ਸਹੀ ਜਵਾਬ ਹੈ ਕਿ ਉਸ ਵੇਲੇ ਲੋਕਾਂ ਦੇ ਸੰਘਰਸ਼ ਦੀ ਆਵਾਜ਼ ਦਬਾ ਲਈ ਜਾਂਦੀ ਸੀ। ਹੁਣ ਵੀ ਬਹੁਤ ਸਾਰੀ ਕੋਸ਼ਿਸ਼ ਹੋਈ ਸੀ ਪਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦਾ ਹਥਿਆਰ ਇਸ ਵੇਲੇ ਕਿਸਾਨਾਂ ਦੇ ਕੋਲ ਸੀ, ਉਸ ਹਥਿਆਰ ਨੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਉਹਦਾ ਰਿਜ਼ਲਟ ਇਹ ਹੈ ਕਿ ਅੱਜ ਸਰਕਾਰ ਨੂੰ ਮੰਨਣਾ ਪਿਆ, ਕਿਸਾਨਾਂ ਦੀਆਂ ਮੰਗਾਂ ਸਰਕਾਰ ਇੱਕ ਇੱਕ ਕਰਕੇ ਮੰਨ ਰਹੀ ਹੈ। ਸੋ ਇਹ ਫਰਕ ਸੀ ਜਿਹੜੇ ਲੋਕ ਹੁਣ ਵੀ ਦੇਖਦੇ ਹੋਣਗੇ ਉਹ ਯਾਦ ਇਹ ਜ਼ਰੂਰ ਰੱਖਣ ਕਿ 84 ਦੇ ਵਿੱਚ ਸੋਸ਼ਲ ਮੀਡੀਆ ਨਹੀਂ ਸੀ। ਜੇਕਰ 84 ਦੇ ਵਿੱਚ ਵੀ ਸੋਸ਼ਲ ਮੀਡੀਆ ਹੁੰਦਾ ਪਰਵਾਨਾ ਜੀ ਤਾਂ ਉਦੋਂ ਵੀ ਬਹੁਤ ਹਾਲਾਤ ਦੇਖੋ, ਉਸ ਸਮੇਂ ਹਾਲਾਤ ਬਣਾਉਣ ਵਾਲਾ ਵੀ ਮੀਡੀਆ ਸੀ ਗਵਰਨਮੈਂਟ ਦਾ। ਉਹਨੇ ਮੂਵਮੈਂਟ ਨੂੰ ਹੋਰ ਰੰਗ ਦੇਤਾ ਜਿਵੇਂ ਅੱਜ ਨੈਸ਼ਨਲ ਮੀਡੀਆ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋ ਜਿਹੜਾ ਉਸ ਸਮੇਂ ਦੀ ਮੂਵਮੈਂਟ ਨੂੰ ਗਲਤ ਪਾਸੇ ਦਾ ਨਾਮ ਦਿੱਤਾ ਗਿਆ, ਉਹ ਉਸ ਸਮੇਂ ਦੇ ਜਿਹੜੇ ਅਖਬਾਰ ਸੀ ਐਵੇਂ ਤੇ ਨਹੀਂ ਉਹ ਸਿੰਘਾਂ ਨੇ ਇੱਕ ਸੋਧਿਆ ਸੀ ਕਿਸੇ ਨੂੰ, ਚਲੋ ਆਪਣਾ ਉਹ ਵਿਸ਼ਾ ਨਹੀਂ ਹੈ, ਬਟ ਰੀਜ਼ਨ ਇਹੀ ਸੀ ਵੀ ਉਹਨਾਂ ਨੇ ਮੂਵਮੈਂਟ ਨੂੰ ਮਤਲਬ ਗੱਲ ਕੁਝ ਹੋਰ ਸੀ ਤੇ ਰੰਗਤ ਕੁਝ ਹੋਰ ਦਿੱਤੀ ਗਈ। ਪਰ ਅਸੀਂ ਧੰਨਵਾਦ ਕਰਦੇ ਹਾਂ ਇਹ ਸੋਸ਼ਲ ਮੀਡੀਆ ਚੈਨਲਾਂ ਦਾ, ਔਨ ਏਅਰ ਚੈਨਲ, ਹੋਰ ਬੜੇ ਚੈਨਲ, ਸੁਰਖਾਬ, ਰਹਿਮਤ, ਡੇਲੀ ਪੋਸਟ, ਬੜੇ ਚੈਨਲ ਵੀਰ ਸੀ ਪੰਜਾਬੀ ਲੋਕ ਜਿਨ੍ਹਾਂ ਨੂੰ ਕਿਸਾਨੀ ਸੰਘਰਸ਼ ਵਿੱਚ ਆਪਣੇ ਲੀਡਰਾਂ ਦੀਆਂ ਨਮੋਸ਼ੀਆਂ ਵੀ ਬੜੀਆਂ ਸਹਿਣੀਆਂ ਪਈਆਂ, ਬੜੀਆਂ ਗੱਲਾਂ ਸਾਡੇ ਸੋਸ਼ਲ ਮੀਡੀਆ ਨੂੰ ਵੀ ਝੱਲਣੀਆਂ ਪਈਆਂ, ਪਰ ਉਹ ਝੱਲ ਕੇ ਵੀ ਉਹਨਾਂ ਨੇ ਕਿਸਾਨ ਭਰਾਵਾਂ ਦਾ ਸਾਥ ਨਹੀਂ ਛੱਡਿਆ। ਪਰ ਹੁਣ ਪਰਵਾਨਾ ਜੀ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਹੁਣ ਸੋਸ਼ਲ ਮੀਡੀਆ ਤੇ ਵੀ ਇਹਨਾਂ ਚੈਨਲਾਂ ਨੂੰ ਜੀ ਸਾਰਿਆਂ ਦੀ ਤੁਸੀਂ ਜ਼ਿਕਰ ਕੀਤੀ ਔਨ ਏਅਰ ਦਾ ਵੀ ਕਿ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕੁਝ ਇਸ ਤਰ੍ਹਾਂ ਦਾ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਰ ਇਹ ਸਾਰੇ ਚੈਨਲ ਵੀ ਪਹਿਲਾਂ ਸਰਕਾਰ ਤੋਂ ਮਨਜ਼ੂਰੀ ਲਿਆ ਕਰਨ ਤੇ ਫਿਰ ਉਸ ਤੋਂ ਬਾਅਦ ਹੋਏਗੀ। ਤੁਹਾਨੂੰ ਲੱਗਦਾ ਕਿ ਇਹ ਹੋ ਸਕਦਾ ਹੈ, ਸਰਕਾਰ ਕਰ ਸਕਦੀ ਹੈ ਇੱਦਾਂ ਦਾ? ਉਹ ਗੱਲ ਇੱਦਾਂ, ਆਪਾਂ ਨੂੰ ਲੱਗਦਾ ਵੀ ਬੀਜੇਪੀ ਹਾਰ ਗਈ ਜਾਂ ਮੋਦੀ ਹਾਰ ਗਿਆ, ਨਹੀਂ, ਮੈਨੂੰ ਲੱਗਦਾ ਉਹ ਦੁਬਾਰਾ ਬਹੁਤ ਵੱਡੀ ਤਿਆਰੀ ਨਾਲ ਆਉਣਗੇ। ਕਾਨੂੰਨਾਂ ਦੀ ਗੱਲ ਉਹ ਦੁਬਾਰਾ ਫੇਰ ਕਰਨਗੇ, ਪਰ ਹੁਣ ਉਸ ਤਰੀਕੇ ਨਾਲ ਕਰਨਗੇ ਵੀ ਤੁਸੀਂ ਉਦੋਂ ਤੁਹਾਡੇ ਚੁੰਡੀ ਵੱਢਣਗੇ, ਪੀੜ ਤੇ ਹੋਏਗੀ ਪਰ ਤੁਸੀਂ ਬੋਲ ਨਹੀਂ ਸਕੋਗੇ। ਉਹਨਾਂ ਨੇ ਤੁਹਾਡੀ ਹਰ ਇੱਕ ਰਾਗ ਨੂੰ ਸਮਝ ਲਿਆ। ਜਿਹੜੀ ਤੁਸੀਂ ਗੱਲ ਮੀਡੀਆ ਦੀ ਕਰ ਰਹੇ ਹੋ, ਬੜੇ ਚੈਨਲ ਨੇ ਜਿਹੜੇ YouTube ਤੇ ਬੰਦ ਵੀ ਹੋ ਚੁੱਕੇ ਨੇ, ਜਿਹੜੇ ਫੇਸਬੁੱਕ ਉੱਪਰ ਮਿਲੀਅਨ ਜਿਨ੍ਹਾਂ ਦੇ ਸਬਸਕ੍ਰਾਈਬਰ ਸੀਗੇ ਉਹਨਾਂ ਦੀ ਮੋਨੇਟਾਈਜੇਸ਼ਨ ਜਿਹੜੀ ਆ ਬੰਦ ਹੋ ਚੁੱਕੀ ਹੈ, ਵਾਇਲੇਸ਼ਨ ਦੇ ਵਿੱਚ ਜਿਹੜੇ ਨੇ ਆ ਚੁੱਕੇ ਨੇ, ਕੇਵਲ ਔਰ ਕੇਵਲ ਕਿਸਾਨੀ ਸੰਘਰਸ਼ ਦੀਆਂ ਵੀਡੀਓਜ਼ ਕਰਕੇ। ਤੇ ਇਹਦਾ ਸੇਕ NRAs ਭਰਾਵਾਂ ਨੂੰ ਵੀ ਚੱਲਣਾ ਪਿਆ। ਸੁਣੋ ਗੱਲ, ਟਵਿੱਟਰ ਤੱਕ ਨਹੀਂ ਛੱਡਿਆ ਸਰ, ਮੈਂ ਦੱਸਿਆ ਵੀ ਬਹੁਤ ਕੁਝ ਇਹਦਾ ਸੇਕ ਕਿਸਾਨੀ ਦਾ ਜਿਹੜੇ ਸਾਡੇ ਵੀਰਾਂ ਨੇ NRAs ਭਰਾਵਾਂ ਨੇ ਸਾਥ ਦਿੱਤਾ। ਉਹਨਾਂ ਨੂੰ ਵੀਜ਼ੇ ਨਹੀਂ ਮਿਲ ਰਹੇ ਇੰਡੀਆ ਆਉਣ ਦੇ, ਇੰਡੀਆ ਦਾ ਵੀਜ਼ਾ ਨਹੀਂ ਮਿਲ ਰਿਹਾ, ਤੇ ਜਿਹੜੇ ਇੰਡੀਆ ਆ ਰਹੇ ਨੇ ਏਅਰਪੋਰਟ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਤੇ ਜਿਹੜੇ ਵੀਰ ਪੈਸੇ ਭੇਜਦੇ ਸੀ ਕਿਸਾਨੀ ਸੰਘਰਸ਼, ਉਹ ਸਾਰੇ ਬਲੌਕ ਲਿਸਟ ਵਿੱਚ ਪਾ ਦਿੱਤੇ ਗਏ ਨੇ। ਹੁਣ ਉਹ ਕਿਸੇ ਨੂੰ ਪੈਸਾ ਨਹੀਂ ਭੇਜ ਸਕਦੇ ਵਾਇਆ ਵੈਸਟਰਨ ਯੂਨੀਅਨ, ਮਨੀਗ੍ਰਾਮ ਤੇ ਨਾਰਮਲ ਕਰ ਦੇਣਾ। ਸੋ ਇੱਦਾਂ ਬਹੁਤ ਵੱਡੀ ਤਿਆਰੀ ਦੇ ਨਾਲ ਜਿਹੜੀ ਆ ਭਾਜਪਾ ਆਏਗੀ। ਪਰ ਮੇਰੀ ਬੇਨਤੀ ਫਿਰ ਸਾਡੇ ਕੌਮ ਦੇ ਉਹਨਾਂ ਲੀਡਰਾਂ ਨੂੰ, ਸਾਡੇ ਸਮਾਜਿਕ ਲੀਡਰਾਂ ਨੂੰ, ਧਾਰਮਿਕ ਲੀਡਰਾਂ ਨੂੰ, ਸਾਰਿਆਂ ਨੂੰ ਵੀ ਇਕੱਠੇ ਹੋ ਜਾਓ। ਤੁਹਾਡਾ ਏਕਾ ਤੇ ਸਬਰ ਜਤਾਉਂਦਾ ਹੈ ਨਾ, ਉਹ ਏਕਾ ਤੁਹਾਨੂੰ ਜਿਹੜਾ ਤੁਹਾਡੀ ਜਿੱਤ ਜਿਹੜੀ ਉਹ ਪ੍ਰਾਪਤ ਕਰਾਏਗਾ। ਇਹ ਨਾ ਸੋਚਿਓ ਬਈ ਮੋਦੀ ਹਾਰ ਗਿਆ, ਮੋਦੀ ਫੇਰ ਆਏਗਾ, ਤਿਆਰੀ ਨਾਲ ਆਏਗਾ। ਬਿਲਕੁਲ, ਤੁਸੀਂ ਬਹੁਤ ਪਰਵਾਨਾ ਜੀ ਵੱਡੀ ਗੱਲ ਕੀਤੀ ਆ, ਕਿਉਂਕਿ ਸਰਕਾਰਾਂ ਕਦੇ ਵੀ ਇੰਨੀ ਜਲਦੀ ਵਾਪਸ ਮੁੜਦੀਆਂ ਨਹੀਂ। ਜੇ ਮੁੜਦੀ ਹੈ ਤਾਂ ਉਹ ਦੂਸਰੇ ਹਮਲੇ ਦੇ ਨਾਲ
ਆ ਜਾਂਦੀਆਂ ਅੱਗੇ। ਤੇ ਫਿਰ ਤਿਆਰੀ ਫਿਰ ਕਿਸ ਤਰੀਕੇ ਦੀ ਰੱਖਣੀ ਚਾਹੀਦੀ ਆ ਸਾਨੂੰ, ਕਿਉਂਕਿ ਅਸੀਂ ਤਾਂ ਹੁਣ ਤੱਕ ਇਹ ਮੰਨਦੇ ਹਾਂ ਕਿ ਜੇ ਇੱਕ ਵਾਰ ਅੰਦੋਲਨ ਉੱਥੋਂ ਮੋਰਚਾ ਪੁੱਟਿਆ ਗਿਆ, ਘਰ ਵਾਪਸ ਆ ਗਏ, ਠੀਕ ਹੈ, ਮੰਗਾਂ ਪੂਰੀਆਂ ਹੋ ਰਹੀਆਂ ਨੇ, ਤੇ ਕਿਤੇ ਨਾ ਕਿਤੇ ਇਹ ਵੀ ਸੋਚ ਕੇ ਡਰ ਲੱਗਦਾ ਕਿ ਜੇ ਇੰਨਾ ਏਕਾ ਦੁਬਾਰਾ ਇਕੱਠਾ ਨਾ ਹੋਇਆ ਤੇ ਫਿਰ ਦੇਖੋ, ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਜਿਸ ਦਿਨ ਹੁੰਦਾ ਤੇ ਉਸ ਦਿਨ ਵਾਕਈ ਇਕੱਠ ਨਹੀਂ ਹੁੰਦਾ। ਇਹ ਤੁਹਾਡੀ ਰਿਐਲਿਟੀ ਹੈ। ਇਹਦੀ ਜਾਗਦੀ ਜਿੰਦਾ ਮਿਸਾਲ ਮੈਂ ਕਹਿ ਸਕਦਾ, ਮੇਰੇ ਵਰਗੇ ਲੋਕ ਹੀ ਮਰੇ ਹੋਏ ਜ਼ਮੀਰਾਂ ਵਾਲੇ, ਮੈਂ ਕਿਸੇ ਨੂੰ ਨਹੀਂ ਕਹਿਣਾ ਚਾਹਾਂਗਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੁੰਦੀ ਹੈ 2015 'ਚ, ਸਲਾਬ ਆ ਜਾਂਦਾ ਹੈ, ਹੜ੍ਹ ਲੋਕਾਂ ਦਾ, ਸੜਕਾਂ 'ਤੇ, ਰੋਡਾਂ 'ਤੇ, ਘਰਾਂ ਤੋਂ ਬਾਹਰ, ਲੀਡਰ ਕੁੱਟੇ ਜਾਂਦੇ ਨੇ। ਬੇਅਦਬੀਆਂ ਦਾ ਦੌਰ ਲਗਾਤਾਰ ਚੱਲੀ ਗਿਆ। ਅੱਜ ਬੇਅਦਬੀ ਕਿਤੇ ਹੁੰਦੀ ਹੈ, ਗੁਰੂ ਪਾਤਸ਼ਾਹ ਦੀ ਦੁੱਖ ਲੱਗਦਾ ਹੈ, ਪਰ ਤੁਸੀਂ ਵੇਖਦੇ ਹੋ ਉਹ ਕੇਵਲ ਇੱਕ ਖਬਰ ਬਣ ਕੇ ਰਹਿ ਜਾਂਦੀ ਹੈ। ਪਿੰਡ ਦੇ ਲੋਕ ਇਕੱਠੇ ਹੁੰਦੇ ਨੇ, ਬਾਹਰ ਦੇ ਲੋਕ ਵੀ ਇਕੱਠੇ ਨਹੀਂ ਹੁੰਦੇ। ਸੋ ਇਹ ਹਾਲਾਤ ਬਣ ਚੁੱਕੇ ਨੇ ਸਾਡੇ। ਕਾਰਨ ਕੀ ਮੰਨਦੇ ਹੋ ਫਿਰ? ਕਿਉਂ? ਕਿਉਂਕਿ ਸਾਡੇ ਲਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਹੈ ਹੀ ਨਹੀਂ। ਵੀ ਇਹਨਾਂ ਲੋਕਾਂ ਨੇ, ਸਰਕਾਰਾਂ ਨੇ ਦੇਖ ਲਿਆ, ਸਾਨੂੰ ਹੌਲੀ 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 ਡੋਜ਼ ਦਿੰਦੇ ਗਏ, ਹੌਲੀ 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 ਡੋਜ਼ ਦਿੰਦੇ ਘਟਾਉਂਦੇ ਗਏ, ਤੇ ਸਾਡਾ ਵੇਖ ਲਿਆ ਵੀ ਇਹ ਤਾਂ ਬਸ ਹੁਣ ਤੁਹਾਡੇ ਸਾਹਮਣੇ ਹੀ ਆ, ਕਿਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ। ਬਿਲਕੁਲ ਨਹੀਂ, ਬਿਲਕੁਲ ਸਹੀ ਗੱਲ ਕਰ। ਹਾਂ, ਸੋ ਇਹ ਹਾਲਾਤ ਆਉਣ ਵਾਲੇ ਸਮੇਂ 'ਚ ਬਣਨਗੇ, ਹੋ ਸਕਦੇ ਨੇ, ਪਰ ਮੈਂ ਯੂਥ ਨੂੰ ਬੇਨਤੀ ਕਰਦਾ ਵੀ ਇਹ, ਤੇ ਦੂਜੀ ਗੱਲ, ਜਿਹੜਾ ਇਹ ਸੰਘਰਸ਼ ਹੈ ਇਹ ਸਾਡੇ ਬਜ਼ੁਰਗਾਂ ਦੇ ਮੋਢਿਆਂ 'ਤੇ ਜਿੱਤਿਆ ਸੀ। ਦੇਖੋ, ਜਿੱਥੇ ਸਟਾਰਟਿੰਗ ਯੂਥ ਨੇ ਕੀਤੀ ਹੈ ਨਾ, ਇਹਦਾ ਐਂਡ ਸਾਡੇ ਬਜ਼ੁਰਗਾਂ ਨੇ ਕੀਤਾ ਹੈ, ਕਿਉਂਕਿ ਇਸ ਸਮੇਂ ਉੱਥੇ ਬਜ਼ੁਰਗ ਜ਼ਿਆਦਾ ਬੈਠੇ ਸੀ, ਯੂਥ ਘੱਟ ਸੀ। ਨਹੀਂ, ਉਹ ਕਹਿੰਦੇ ਨੇ ਨਾ ਕਿ ਨੌਜਵਾਨ ਛੇੜ ਲੈਂਦੇ ਨੇ, ਤੇ ਜਿਹੜਾ ਉਹ ਫੈਸਲਾ ਕਰਦੇ ਉਹ ਬਜ਼ੁਰਗ ਹੀ ਕਰਦੇ। ਫਿਰ ਵੀ ਉਹ ਪੁਰਾਣਾ ਸਾਡਾ ਸੱਭਿਆਚਾਰ ਹੀ ਹੈ। ਕਹਿੰਦੇ ਸਿਆਣੇ ਕਹਿੰਦੇ ਵੀ ਜਦੋਂ ਬਰਾਤ ਜਾਇਆ ਕਰਦੀ ਸੀ ਪੁਰਾਣੇ ਸਮਿਆਂ 'ਚ, ਤਾਂ ਇੱਕ ਬਜ਼ੁਰਗ ਜ਼ਰੂਰ ਰੱਖਦੇ ਸੀਗੇ ਕਿ ਕਿਤੇ ਮੁੰਡੇ ਜੇ ਲੜ ਪਏ ਤਾਂ ਸਮਝੌਤਾ ਕਰਨ ਵਾਲਾ ਤਾਂ ਕਰਾਉਣ ਨੂੰ। ਸੋ ਬਜ਼ੁਰਗਾਂ ਨੇ ਉਹ ਕੰਮ ਆਪਣਾ ਬਖੂਬੀ ਨਿਭਾਇਆ। ਤੇ ਤੁਸੀਂ ਸੈਟੀਸਫਾਈਡ ਹੋ ਸਾਰੇ ਕਿਸਾਨ ਆਗੂਆਂ ਤੋਂ? ਦੇਖੋ ਜੀ, ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਸੀ, ਸਾਡਾ ਇਹਨਾਂ ਨਾਲ ਕੋਈ ਜ਼ਮੀਨ ਦਾ ਝਗੜਾ ਨਹੀਂ ਹੈ, ਵੀ ਸਾਡਾ ਕੋਈ ਵੈਰ ਨਹੀਂ ਇਹਨਾਂ ਨਾਲ, ਪਰ ਇਹ ਸੰਘਰਸ਼ ਉਦੋਂ ਵੀ ਕਹਿੰਦਾ ਸੀ ਵੀ ਕਿਸਾਨ ਲੀਡਰਾਂ ਕਰਕੇ ਨਹੀਂ ਜਿੱਤਿਆ ਜਾਏਗਾ, ਇਹ ਸੰਘਰਸ਼ ਜਿੱਤਿਆ ਜਾਏਗਾ ਟਰਾਲੀਆਂ 'ਚ ਬੈਠਣ ਵਾਲਿਆਂ ਕਰਕੇ। ਉਹਨਾਂ ਸਿਰੜੀ ਮੇਰੇ ਵਰਗੇ ਤੇ ਹੋਟਲਾਂ 'ਚ ਰਹਿ ਕੇ ਆ ਜਾਂਦੇ ਸੀ। ਸੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਅਸੀਂ ਕਹਿੰਦੇ ਸੀ 2-2 ਮਹੀਨੇ, 4-4 ਮਹੀਨੇ, ਪਰ ਕਦੇ ਵੇਖੋ ਪਤਾ ਲੱਗਦਾ ਵੀ ਉੱਥੇ ਲੋਕਾਂ 'ਚ ਕਿਵੇਂ ਰਹੇ ਆ, ਕਿਵੇਂ ਵਿਚਰੇ, ਕਿਵੇਂ ਰੋਟੀਆਂ ਖਾਧੀਆਂ, ਕਿਵੇਂ ਇਸ਼ਨਾਨ ਕੀਤਾ। ਸੋ ਉਹ ਦਿਨ ਸਾਨੂੰ ਚੇਤੇ ਨੇ, ਉਹ ਭੁੱਲਣਗੇ ਨਹੀਂ। ਸਾਡੇ ਵਾਸਤੇ ਇੱਕ ਯਾਦਗਾਰ ਰਹਿੰਦੇ। ਸਵਾਸਾਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ। ਪਰ ਇਹ ਜਿਹੜਾ ਸਿਰੜੀ ਬਜ਼ੁਰਗਾਂ ਦਾ ਤੇ ਜਿਹੜੇ ਉੱਥੇ ਰਹੇ ਨੇ, ਉਹਨਾਂ ਦੇ ਸਿਦਕ ਦੇ ਸਦਕਾ ਅਸੀਂ ਜਿਹੜੀ ਇਹ ਜੰਗ ਜਿਹੜੀ ਆ ਜਿੱਤੀ ਆ। ਜੇ ਆਪਾਂ ਕਿਸਾਨ ਲੀਡਰਾਂ ਦੀ ਦੇਖੋ ਕੰਟਰੋਵਰਸੀ, ਮੈਂ ਫਿਰ ਕਹਿੰਦਾ ਵੀ ਉਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਵੀ ਮੋਦੀ ਨੇ ਇਹ ਕਾਨੂੰਨ ਰੱਦ ਕਰਤੇ, ਪਰ ਉਹ ਉਸ ਦਿਨ ਕੋਈ ਚਿਹਰੇ ਤੇ ਰੌਣਕ ਹੀ ਨਹੀਂ ਸੀ ਉਹਨਾਂ ਦੇ। ਤੁਸੀਂ ਵੀ ਮੰਨਦੇ ਹੋ ਇਹ ਗੱਲ? ਦੇਖੋ, ਰੌਣਕ ਹੀ ਨਹੀਂ ਸੀ ਉਹਨਾਂ ਦੇ। ਉਹਦਾ ਘਰੇ ਸੁੱਤੇ ਸੀ, ਭੱਜੇ ਜਾ ਕੇ ਉੱਤੇ ਵੀ ਆ ਕੇ ਪਟਾਕਾ ਪੈ ਗਿਆ। ਤੇ ਦੇਖੋ, ਰੁਲਦੂ ਜੀ ਮੇਰੇ ਬਜ਼ੁਰਗ ਨੇ, ਇੱਕ ਜਗ੍ਹਾ ਇਕੱਠੇ ਹੋਏ ਆ, ਮੈਂ ਇੱਜ਼ਤ ਕੀਤੀ ਉਹਨਾਂ ਦੀ, ਰਿਸਪੈਕਟ ਕੀਤੀ। ਮੈਨੂੰ ਗੋਡੀਆਂ ਸਲਾਣਾ ਪਵੇ ਤੇ ਕੋਈ ਮੈਂ ਬਜ਼ੁਰਗੀ ਕਰਕੇ ਲਾ ਸਕਦਾ, ਉਹਨਾਂ ਦੇ ਵੱਡੇ ਨੇ, ਅਸੀਂ ਮਿਲੇ ਆ। ਪਰ ਇੱਦਾਂ ਦੇ ਬਿਆਨ ਵੀ ਗੁਰਪੁਰਬ ਵਾਲੇ ਦਿਨ ਰੱਦ ਕਰਕੇ ਧਾਰਮਿਕ ਰੰਗਤ ਦੇ ਦਿੱਤੀ, ਸੋ ਇਹ ਸ਼ੋਭਾ ਨਹੀਂ ਸੀ ਦਿੰਦੀਆਂ ਗੱਲਾਂ। ਤੇ ਡਾਇਲੋਗ ਕਰਨੇ ਚਾਹੀਦੇ ਸੀ। ਉਗਰਾਹਾਂ ਜੀ ਨੇ ਕਿਹਾ ਡਾਇਲੋਗ ਕਰਨੇ। ਦੇਖੋ, ਉਹ ਵੱਡੇ ਨੇ, ਮੈਂ ਕਿਹਾ ਵੀ ਜਿੱਤ ਦਾ ਜਸ਼ਨ ਮਨਾਓ, ਖੁਸ਼ੀ ਮਨਾਓ। ਗੁਰਪੁਰਬ ਵਾਲੇ ਦਿਨ ਕੀਤੇ ਨਾ ਕੀਤੇ ਵੱਖਰੀ ਗੱਲ ਹੈ, ਤੁਹਾਡੇ ਨਾਲ ਬੈਠਿਆ ਨਹੀਂ ਬੈਠਿਆ ਵੱਖਰੀ ਗੱਲ ਹੈ, ਪਰ ਸਾਡਾ ਫੁਰਨਾ ਤਾਂ ਇਹੀ ਸੀ ਨਾ ਵੀ ਅਸੀਂ ਜਿੱਤ ਜਾਈਏ। ਜਿੱਤ ਗਏ, ਉਹ ਜਿੱਤ ਦਾ ਆਨੰਦ ਲਈਏ। ਤੇ ਸੋ ਬਾਕੀ ਚਲੋ, ਹੁਣ 1-2 ਮੀਟਿੰਗ ਸਰਕਾਰ ਨਾਲ ਹੋ ਗਈ ਆ, ਉਹ ਵੀ ਖੁਸ਼ ਨੇ। ਤੁਹਾਨੂੰ ਲੱਗਦਾ ਛੇਤੀ ਵਾਪਸੀ ਹੋ ਜਾਊਗੀ? ਦੇਖੋ ਜੀ, ਮੈਨੂੰ ਲੱਗਦਾ ਵੀ ਵਾਪਸੀ ਕਰ ਲੈਣੀ ਚਾਹੀਦੀ ਹੈ। ਸਿਆਣਪ ਦਿਖਾਉਣੀ ਚਾਹੀਦੀ, ਸਿਆਣਪ ਦਿਖਾਉਣੀ ਚਾਹੀਦੀ ਹੈ, ਕਿਉਂਕਿ ਜਿੱਥੇ 100 ਗੱਲਾਂ ਹੋਣ ਤੇ 100 ਦੀਆਂ 100 ਨਹੀਂ ਮੰਨੀਆਂ ਜਾਂਦੀਆਂ। ਬਿਲਕੁਲ। ਮੇਰਾ ਆਪਣਾ ਤਜਰਬਾ ਹੈ, ਤੁਹਾਡੀਆਂ 90 ਗੱਲਾਂ ਮੰਨੀਆਂ ਜਾਣ ਤਾਂ ਤੁਹਾਡੀ ਜਿੱਤ ਆ, 50% ਵੀ ਮੰਨੀਆਂ ਜਾਣ, ਮੈਂ ਕਹਿੰਦਾ ਵੱਡੀ ਜਿੱਤ ਆ। ਤੇ ਤੁਹਾਡੀ ਤਾਂ ਹੁਣ 100 ਦੀ 100 ਮੰਨੀ ਗਈ ਆ। ਤਿੰਨੇ ਕਾਨੂੰਨਾਂ ਦੀ ਤੁਸੀਂ ਗੱਲ ਕਰਦੇ ਸੀ, ਰੱਦ ਨੂੰ ਰੱਦ ਹੋ ਗਏ, ਤੇ ਜਦੋਂ ਤਿੰਨੇ ਰੱਦ ਹੋ ਗਏ ਤੇ ਦੁਬਾਰਾ ਤੁਸੀਂ ਉਹ ਗੱਲਾਂ ਨੂੰ ਹੋਰ ਗੱਲਾਂ ਖੜੀਆਂ ਕਰੋ ਵੀ ਆਹ ਵੀ ਹੋਏਗਾ, ਵੀ ਹੋਏਗਾ। ਬਾਕੀ ਲੀਡਰਾਂ ਤੇ ਆ। ਸਰਕਾਰ ਚਿੜ ਸਕਦੀ ਹੈ ਪਰਵਾਨਾ ਸਾਹਿਬ? ਲੱਗਦਾ ਕਿ ਸਰਕਾਰ ਚਿੜ ਕੇ ਕੁਝ ਫੈਸਲਾ ਕੁਝ ਹੋਰ ਕਰ ਸਕਦੀ ਹੈ? ਜੇ ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਹੈ। ਹਾਲਾਤਾਂ ਦਾ ਕੁਝ ਪਤਾ ਨਹੀਂ ਹੁੰਦਾ, ਕਈ ਵਾਰ ਕੀ ਹੁੰਦਾ। ਤੇ ਕਈ ਵਾਰ
ਦੇਖੋ ਮੈਂ ਫਿਰ ਕਹਿੰਦਾ ਵੀ ਸਾਨੂੰ ਜਿਹੜੀ ਇਸ ਸਮੇਂ ਜਿੱਤ ਮਿਲੀ ਆ ਸਾਨੂੰ ਇਹਦਾ ਆਨੰਦ ਮਾਣਨਾ ਚਾਹੀਦਾ। ਸੋ ਸੁੱਖੀ ਸੰਦੀ ਸਾਡੇ ਭੈਣ ਭਰਾਵਾਂ ਨੂੰ ਹੁਣ ਘਰ ਆਉਣਾ ਚਾਹੀਦਾ। ਸੰਸਦ ਰਾਸ਼ਟਰਪਤੀ ਨੇ ਵੀ ਮੋਹਰ ਜਿਹੜੀ ਲਾ ਦਿੱਤੀ ਆ। ਬਾਕੀ ਜਿਹੜੇ ਕਾਨੂੰਨ ਬਣੇ ਨੇ ਉਹ ਤਾਂ MS ਤੇ ਪਹਿਲਾਂ ਤੋਂ ਵੀ ਬਣੇ ਹੋਏ ਨੇ, ਉਹ ਤਾਂ ਹੁਣ ਸਾਡੇ ਹੱਥ ਵਾਸਾ ਵੀ ਸਰਕਾਰ ਤਾਂ ਲੋਲੀਪੋਪ ਦੇ ਦੇਗੀ ਵੀ ਪੜਾ ਦੇਣੀ, ਉਹ ਤਾਂ ਪਹਿਲਾਂ ਵੀ ਬਣੇ ਹੋਏ ਨੇ। ਬਿਲਕੁਲ ਕੀ ਮਿਲਿਆ ਪਹਿਲਾਂ ਇਸ ਕਰਕੇ ਸੋਚ ਵਿਚਾਰ ਕਰਕੇ ਦੇਖੋ ਲੀਡਰਾਂ ਨੂੰ। ਸੋ ਮੈਨੂੰ ਲੱਗਦਾ ਵੀ ਸਾਲ ਬਹੁਤ ਵੱਡੀ ਗੱਲ ਹੈ ਤੇ ਸਾਡੇ ਬਜ਼ੁਰਗਾਂ ਨੂੰ ਹੁਣ ਘਰ ਆਉਣਾ ਚਾਹੀਦਾ। ਬਿਲਕੁਲ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਸਰਕਾਰ ਵਾਪਸ 'ਚ ਵੱਡੀ ਤਿਆਰੀ ਦੇ ਨਾਲ ਆ ਸਕਦੀ ਹੈ। ਕੱਲ ਇੱਕ ਇਵੈਂਟ ਹੋਇਆ ਜੀ, ਸਿੱਖਾਂ ਦੀ ਸਰਵੋੱਚਮ ਜੇ ਆਪਾਂ ਕਹਿ ਲਈਏ ਤਾਂ ਅਕਾਲ ਤਖਤ ਸਾਹਿਬ ਤੋਂ ਬਾਅਦ SGPC ਇੱਕ ਐਸੀ ਸੰਸਥਾ, SGPC ਤੋਂ ਬਾਅਦ ਜੇ ਆਪਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਲਈਏ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਜੀ ਅਕਾਲੀ ਦਲ ਛੱਡ ਜਾਂਦੇ ਆ, ਆਪਣੀ ਪ੍ਰਧਾਨਗੀ ਵੀ ਛੱਡ ਜਾਂਦੇ ਆ, ਐਡੇ ਉੱਚੇ ਅਹੁਦੇ ਦੀ ਭਾਜਪਾ 'ਚ ਆ ਜਾਂਦੇ ਆ। ਇਹਨੂੰ ਵੀ ਉਸ ਤਿਆਰੀ ਦਾ ਹਿੱਸਾ ਮੰਨਿਆ। ਮੈਂ ਫਿਰ ਕਹਿ ਰਿਹਾ ਵੀ ਜਿੱਥੇ ਅਸੀਂ ਸੋਚਣਾ ਖਤਮ ਕਰ ਦਿੰਦੇ ਆ ਨਾ, ਨੋਟ ਕਰਿਓ ਸਿੱਖ ਸੰਗਤ, ਉੱਥੋਂ RSS ਸੋਚਣਾ ਸ਼ੁਰੂ ਕਰਦੀ ਹੈ। RSS ਐਡੀ ਮਜ਼ਬੂਤ ਹੈ ਵੀ ਮੋਹਨ ਭਾਗਵਤ ਦੀ ਜੁੱਤੀ ਥੱਲੇ ਮੋਦੀ ਕੰਮ ਕਰਦਾ ਹੈ। ਇਸ ਗੱਲ ਵੱਲ ਧਿਆਨ ਦੇ ਲਿਓ, ਮੈਂ ਵਾਰ-ਵਾਰ ਕਹਿ ਰਿਹਾ, ਉਹ ਬਹੁਤ ਤਿਆਰੀ ਨਾਲ ਆਉਣਗੇ। ਤੇ ਦੂਜੀ ਗੱਲ ਮਨਜਿੰਦਰ ਸਿੰਘ ਸਿਰਸਾ ਦੀ, ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੌਰਾਨ ਉਹਨਾਂ ਦੇ ਦਿੱਤੇ ਹੋਏ ਸਹਿਯੋਗ ਦੀ, ਉਹ ਵੀ ਭੁਲਾਇਆ ਨਹੀਂ ਜਾ ਸਕਦਾ। ਨੌਜਵਾਨਾਂ ਪਿੱਛੋਂ ਤੋਂ ਖੜਨਾ ਲੜਨਾ ਬਹੁਤ ਵੱਡੀ ਉਹਨਾਂ ਦੀ ਦੇਣ ਰਹੀ ਆ। ਪਰ ਜਿਹੜਾ ਫੈਸਲਾ, ਉਹ ਕਈ ਵਾਰ ਸਿਆਣੇ ਕਹਿੰਦੇ ਨੇ ਵੀ ਜੇਕਰ ਘਿਓ ਖੀਰ ਵਿੱਚ ਡੁੱਲ ਜੇ ਨਾ ਤੇ ਉਹ ਘਿਓ ਕੰਮ ਨਾ ਆਵੇ, ਖੀਰ ਖਾਧੀ ਜਾਂਦੀ ਕੰਮ ਆ ਜਾਂਦਾ। ਪਰ ਜੇ ਉਹ ਘਿਓ ਸਵਾਹ ਦੇ ਵਿੱਚ ਡੁੱਲ ਜੇ, ਘਿਓ ਤਾਂ ਗਿਆ, ਸਵਾਹ ਵੀ ਨਹੀਂ ਭਾਂਡੇ ਮਾਂਜਣ ਦੇ ਕੰਮ ਰਹਿੰਦੀ। ਮਤਲਬ ਹੁਣ ਘਿਓ ਸਵਾਹ 'ਚ ਡਿੱਗਿਆ। ਸਵਾਹ ਦੇ ਵਿੱਚ ਜਿਹੜਾ ਉਹ ਘਿਓ ਮਨਜਿੰਦਰ ਸਿੰਘ ਸਿਰਸਾ ਨੇ ਸਵਾਹ ਦੇ ਵਿੱਚ ਡੋਲ ਲਿਆ। ਸੋ ਆਪਣੇ ਸਿਰ ਤੇ ਜਿਹੜਾ ਉਹ ਸਿਆਣੇ ਕਹਿੰਦੇ ਲੱਭ ਵਿਨਾਹੇ ਮਾਨਸਾ ਜੋ ਪਾਣੀ ਬੂਰ ਬਾਣੀ ਦੇ ਬੋਲ ਨੇ, ਵੀ ਬੰਦੇ ਦੇ 100 ਕੰਮ ਚੰਗੇ ਹੋਣ ਤੇ ਇੱਕ ਕੰਮ ਕੋਈ ਐਸਾ ਹੋ ਜੇ ਉਹ 100 ਗੁਣਾ ਤੇ ਪਾਣੀ ਫੇਰ ਦਿੰਦਾ। ਮਤਲਬ ਬੂਰ ਪਾਣੀ ਤੇ ਆ ਜਾਏ, ਥੱਲੇ ਪਾਣੀ ਸਾਫ਼ ਹੈ ਪਰ ਬੂਰ ਉਹ ਪਾਣੀ ਨੂੰ ਢੱਕ ਲੈਂਦਾ। ਸੋ ਇਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਦੇ ਇਸ ਸਟੈਪ ਨੇ, ਭਾਜਪਾ ਵੱਲ ਜਾਣ ਵਾਲੇ ਸਟੈਪ ਨੇ, ਜਿਹੜਾ ਉਹਦੇ ਚੰਗੇ ਸਾਰੇ ਗੁਣਾਂ ਨੂੰ ਖਤਮ ਕਰ ਦਿੱਤਾ ਇੱਕ ਛਿੰਨ ਦੇ ਵਿੱਚ। ਪਰ ਮਨਜਿੰਦਰ ਸਿੰਘ ਸਿਰਸਾ ਦੀ ਮੈਂ ਇੱਕ ਹੋਰ ਗੱਲ ਕਹਿ ਦੇਵਾਂ, ਕੀ ਮਜਬੂਰੀ ਰਹੀ ਹੋਏਗੀ, ਇਸ ਚੀਜ਼ ਨੂੰ ਵੀ ਵਿਚਾਰਿਓ। ਨਹੀਂ ਅਕਾਲੀ ਦਲ ਤਾਂ ਕਹਿ ਰਿਹਾ ਕਿ ਮਨਜਿੰਦਰ ਸਿਰਸਾ ਨੂੰ ਕਾਨੂੰਨ ਦਾ ਜਾਂ ਕਿਸੇ ਵੀ ਹੋਰ ਤਾਕਤ ਦਾ ਡਰਾ ਕੇ ਇਹ ਸਟੈਪ ਕਰਵਾਇਆ ਗਿਆ, ਪਰ ਮਨਜਿੰਦਰ ਸਿਰਸਾ ਤਾਂ ਬੋਲ ਨਹੀਂ ਰਹੇ। ਦੇਖੋ ਗੱਲ ਪਤਾ ਕੀ ਹੈ, ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਵੀ ਜਿਹੜੀ ਸਰਕਾਰਾਂ ਨੇ ਨਾ, ਇਹਨਾਂ ਕੋਲ ਕਿਤੇ ਸਾਡੇ ਪੁਆਇੰਟ ਬਹੁਤ ਹੁੰਦੇ ਨੇ। ਤੁਹਾਡੇ ਚੈਨਲਾਂ ਦੇ ਵੀ ਬੜੇ ਕੁਛ ਨੇ। ਜਦੋਂ ਦਬਾਨ ਤੇ ਮੇਰੀ ਗੱਲ ਸੁਣੋ ਧਿਆਨ ਨਾਲ, ਮੇਰੀ ਗੱਲ ਸੁਣੋ। ਜਿਹੜਾ ਰਾਜਨੀਤਿਕ ਬੰਦਾ ਹੁੰਦਾ ਹੈ ਨਾ, ਉਹ ਧਾਰਮਿਕ ਨਹੀਂ ਹੋ ਸਕਦਾ, ਬਹੁਤ ਘੱਟ ਚਾਂਸ ਹੁੰਦੇ ਨੇ। ਸੋ ਉਹ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਜਿਹੜਾ ਉਹ ਕਿਸੇ ਸਮੇਂ ਵੀ ਛਲਾਂਗ ਮਾਰ ਸਕਦੇ ਨੇ। ਸੋ ਮਨਜਿੰਦਰ ਸਿੰਘ ਸਿਰਸਾ ਵੀ ਉਸੇ ਕੜੀ ਦਾ ਹਿੱਸਾ ਹੈ। ਉਹਨੇ ਆਪਣੇ ਰਾਜਨੀਤਿਕ ਫਾਇਦੇ ਵਾਸਤੇ, ਭਾਵੇਂ ਉਹਦੇ ਤੇ ED ਦੀ ਤਲਵਾਰ ਹੈ, ਭਾਵੇਂ ਸਰਕਾਰ ਦੀ ਤਲਵਾਰ ਹੈ, ਉਹਨੇ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਉਹਨੇ ਜਿਹੜੀ ਛਾਲ ਹੈ ਉਹ ਮਾਰ ਦਿੱਤੀ ਹੈ। ਤੇ ਦੂਜੀ ਗੱਲ, ਹੁਣ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਵਿੱਚ ਛਾਲ ਮਾਰਦਾ, ਪਰ ਇੱਕ ਜਾਣਕਾਰੀ ਦੇ ਦੇਵਾਂ, ਉਹ ਪਹਿਲਾਂ ਵੀ MLA ਭਾਜਪਾ ਤੇ ਅਕਾਲੀ ਦਲ ਵੱਲੋਂ ਰਹਿ ਚੁੱਕੇ ਆ। ਬਿਲਕੁਲ। ਤੋਂ ਭਾਜਪਾ ਨਾਲ ਉਹਦੀ ਡੂੰਘੀ ਯਾਰੀ ਪਹਿਲਾਂ ਤੋਂ ਆ, ਭਾਵੇਂ ਬਾਦਲਾਂ ਦੀ ਘੱਟ ਹੋਵੇਗੀ, ਸੁਖਬੀਰ ਬਾਦਲ ਦੀ, ਪਰ ਮਨਜਿੰਦਰ ਸਿਰਸਾ ਦੀ ਨੇੜਤਾ ਪਹਿਲਾਂ ਤੋਂ ਹੀ ਜ਼ਿਆਦਾ ਸੀ। ਪਰ ਜਿਹੜਾ ਸਟੈਪ ਲਿਆ ਉਹਨਾਂ ਨੇ, ਇਹਦੇ ਨਾਲ ਕੌਮ ਨੂੰ ਬਹੁਤ ਵੱਡਾ ਧੱਕਾ ਲੱਗਿਆ। ਪਰ ਫਿਰ ਗੱਲ ਉੱਥੇ ਆ ਜਾਂਦੀ ਹੈ, ਇਹ ਲੋਕ ਰਾਜਨੀਤਿਕ ਲੋਕ ਜਿਹੜੇ ਨੇ, ਇਹਨਾਂ ਅੰਦਰ ਕੌਮ ਦਾ ਤੇ ਪੰਥ ਦਾ ਦਰਦ ਨਹੀਂ ਹੁੰਦਾ, ਭਾਵੇਂ ਉਹ ਬਾਦਲ ਸੀ, ਭਾਵੇਂ ਉਹ ਕਾਂਗਰਸ ਦੇ ਵਿੱਚ ਕੋਈ ਵਿਚਰਿਆ, ਭਾਵੇਂ ਕੋਈ ਆਮ ਆਦਮੀ ਪਾਰਟੀ 'ਚ। ਸੋ ਉਹਨਾਂ ਵਾਸਤੇ ਕੌਮ ਪਿੱਛੇ ਰਹਿ ਜਾਂਦੀ ਆ, ਆਪਣੇ ਰਾਜਨੀਤਿਕ ਜਿਹੜੇ ਫਾਇਦੇ ਨੂੰ ਪਹਿਲ ਦੇ ਆਧਾਰ ਤੇ ਅੱਗੇ ਰੱਖ ਲਏ ਜਾਂਦੇ ਨੇ। ਸੋ ਮਨਜਿੰਦਰ ਸਿੰਘ ਸਿਰਸਾ ਇਸੇ ਕੱਢਦੇ ਹਿੱਸਾ। ਬਾਕੀ ਉਹਨੇ ਜੋ ਕੀਤਾ ਉਹਦਾ ਫਲ ਪਾ ਲਿਆ ਹਰ ਇੱਕ ਬੰਦਾ। ਉਹ ਤਾਂ ਪਰਵਾਨਾ ਜੀ, ਉਹ ਤਾਂ ਫਿਰ ਹੁਣ ਸਵਾਲ ਉੱਠਣ ਲੱਗ ਗਏ ਨਾ ਕਿ ਮਨਜਿੰਦਰ ਸਿਰਸਾ ਨੇ ਕੀਤਾ ਹੀ ਤਾਂ ਆ ਕਿ ਉਹਨਾਂ ਨੇ ਇੱਧਰ। ਦੇਖੋ ਸਵਾਲ ਉੱਠਣੇ ਵੱਖਰੀ ਗੱਲ ਹੈ, ਜਦੋਂ ਲੋਕਾਂ 'ਚ ਆਏਗਾ ਉਹਦਾ ਉਸ ਤਰੀਕੇ ਨਾਲ ਵਿਰੋਧ ਹੋਊਗਾ ਵੀ ਉਹਨੂੰ ਜ਼ਿੰਦਗੀ ਵੀ ਬਹੁਤ ਲੱਗੇਗੀ। ਜਦੋਂ ਬੰਦੇ ਨੂੰ ਲਾਹਨਤਾਂ ਪੈਣ ਲੱਗ ਜਾਂਦੀਆਂ ਨੇ, ਬੰਦੇ ਨੂੰ ਜ਼ਿੰਦਗੀ ਵੀ ਜਿਹੜੀ ਆ ਉਹ ਮੌਤ ਲੱਗਣ ਲੱਗ ਜਾਂਦੀ ਆ। ਸੋ ਉਹ ਸਟੈਪ ਲਿਆ ਮਨਜਿੰਦਰ ਸਿੰਘ ਸਿਰਸਾ ਨੇ, ਜੋ ਆਉਣ ਵਾਲੇ ਸਮੇਂ ਵਿੱਚ ਇਹਨੂੰ ਇਹ ਚੀਜ਼ ਮਹਿਸੂਸ ਕਰਾਏਗੀ ਤੇ ਪੰਜਾਬ 'ਤੇ ਇਹਦਾ ਕੋਈ ਅਸਰ ਨਹੀਂ। ਜੇ ਆਪਾਂ ਕਹਿ ਦਈਏ ਵੀ ਪੰਜਾਬ ਦੀ ਸਿਆਸਤ ਉੱਪਰ
ਇਹਦਾ ਕੋਈ ਅਸਰ ਨਹੀਂ। ਨਹੀਂ, ਮੰਨਿਆ ਜਾ ਰਿਹਾ ਕਹਿੰਦੇ ਕਿ ਭਾਜਪਾ ਸਿਰਸਾ ਨੂੰ ਲੈ ਕੇ ਹੀ ਪੰਜਾਬ ਆਏਗੀ। ਦੇਖੋ ਗੱਲ ਇੱਦਾਂ ਹੈ, ਲੈ ਕੇ ਆਏਗੀ ਉਹ ਦੇਖਦੇ ਆ, ਲੈ ਕੇ ਆਏਗੀ ਉਹ ਪੰਜਾਬ ਨੂੰ ਵੀ ਪਤਾ ਤੇ ਪੰਜਾਬੀਆਂ ਨੂੰ ਵੀ ਪਤਾ ਹੈ ਅਸੀਂ ਕੀ ਕਰਨਾ ਹੈ, ਨੌਜਵਾਨਾਂ ਨੂੰ ਵੀ ਪਤਾ, ਕਿਸਾਨਾਂ ਨੂੰ ਵੀ ਪਤਾ ਹੈ ਅਸੀਂ ਕੀ ਕਰਨਾ ਹੈ। ਸਾਨੂੰ ਸਭ ਨੂੰ ਪਤਾ ਹੈ ਵੀ ਅਸੀਂ ਭਾਜਪਾ ਦਾ ਕਿਹੜੇ ਹਾਰਾਂ ਨਾਲ ਸਵਾਗਤ ਕਰਨਾ ਹੈ। ਪਰ ਇਹ ਫਿਰ ਮਨਜਿੰਦਰ ਸਿਰਸਾ ਨੂੰ ਕਿਉਂ ਨਹੀਂ ਪਤਾ ਪਰਵਾਨਾ ਜੀ? ਦੇਖੋ ਸਾਲ 1.5 ਸਾਲ ਬੰਦਾ ਕਿਸਾਨੀ ਅੰਦੋਲਨ 'ਚ ਰਿਹਾ ਹੋਵੇ, ਠੀਕ ਹੈ, ਤੁਸੀਂ ਵੀ ਗੱਲ ਕਰ ਰਹੇ ਹੋ, ਸਾਰੇ ਲੋਕ ਵੀ ਗੱਲ ਕਰ ਰਹੇ ਆ, ਚਲੋ ਠੀਕ ਹੈ, ਸੇਵਾ ਕੀਤੀ ਹੈ ਜਿੰਨੀ ਮਿਲੀ ਹੈ ਉਨੀ ਕੀਤੀ ਹੈ ਉਹਨਾਂ ਨੇ, ਪਰ ਕੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਹਸ਼ਰ ਇਹ ਹੋ ਜਾਣਾ? ਫਿਰ ਦੇਖੋ ਮੈਂ ਫੇਰ ਕਹਿ ਰਿਹਾ, ਇੰਨੇ ਕੱਚੇ ਤਾਂ ਉਹ ਵੀ ਨਹੀਂ ਹੈਗੇ। ਜੀ ਮੈਂ ਫੇਰ ਕਹਿ ਰਿਹਾ ਵੀ ਕਿੱਦਾਂ ਦੇ ਹਾਲਾਤ ਹੋਣਗੇ, ਕੀ ਹੋਣਗੇ, ਉਹ ਸ਼ਾਇਦ ਉਹਨਾਂ ਨੂੰ ਪਤਾ, ਆਪਾਂ ਨੂੰ ਨਹੀਂ ਪਤਾ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਸਰਦਾਰ ਸਾਹਿਬ ਜੀ, ਵੀ ਜਦੋਂ ਬੰਦੇ ਤੇ ਭੀੜ ਪੈਂਦੀ ਹੈ ਨਾ, ਖੜਦਾ ਕੋਈ ਨਹੀਂ ਨਾਲ। ਸਾਡੇ ਵੀ ਹਾਲਾਤ ਹੋਏ ਨੇ, ਹੋਰਾਂ ਦੇ ਹੀ ਬੜੇ ਹਾਲਾਤ ਵੇਖੇ ਨੇ, ਸੋ ਖੜਦਾ ਕੋਈ ਨਹੀਂ। ਤੇ ਹਰ ਇੱਕ ਬੰਦਾ ਇਹ ਸੋਚ ਜਾਂਦਾ ਵੀ ਚਲੋ ਜਿੱਥੇ ਮੇਰਾ ਬਚਾਅ ਹੁੰਦਾ ਮੈਨੂੰ ਆਪਣਾ ਬਚਾਅ ਕਰ ਲੈਣਾ ਚਾਹੀਦਾ। ਪਰ ਮਨਜਿੰਦਰ ਸਿੰਘ ਸਿਰਸਾ ਨੇ ਇਹ ਆਪਣਾ ਬਚਾਅ ਤਾਂ ਸ਼ਾਇਦ ਈਡੀ ਵੱਲੋਂ ਤਾਂ ਕਰ ਲਿਆ ਜੀ, ਪਰ ਕੌਮ ਵੱਲੋਂ ਤੇ ਲੋਕਾਂ ਵੱਲੋਂ ਜਿਹੜਾ ਨੁਕਸਾਨ ਹੋਏਗਾ ਆਉਣ ਵਾਲੇ ਸਮੇਂ 'ਚ, ਉਸ ਚੀਜ਼ ਨੂੰ ਸ਼ਾਇਦ ਮੈਂ ਦੇਖੋ ਸਾਡੀ ਨਾ ਕੋਈ ਸੱਜਣਾ ਨਾਲ ਗੱਲ ਹੋਈ, ਉਹਨਾਂ ਦੇ ਜਿਹੜੇ ਖਾਸ ਨਿਕਟਵਰਤੀ ਨੇ ਉਹ ਵੀ ਹੈਰਾਨ ਨੇ ਵੀ ਕੋਈ ਗੱਲ ਹੀ ਨਹੀਂ ਹੋਈ ਇੱਦਾਂ ਦੀ। ਤੇ ਖੜੇ ਪੈਰ 3:30 ਵਜੇ ਮੀਟਿੰਗ ਹੋ ਰਹੀ ਹੈ ਤੇ ਆ ਮੀਟਿੰਗ, ਕਿਉਂਕਿ ਜਦੋਂ ਉਹਨਾਂ ਨੇ ਐਲਾਨ ਕੀਤਾ ਉਹਨਾਂ ਦਾ ਨਿਕਟਵਰਤੀ ਭਾਵੇਂ ਉਹ ਕਾਲਕਾ ਜੀ ਸੀ, ਭਾਵੇਂ ਉਹ ਸਿਮਰਜੀਤ ਸਿੰਘ ਵਿਰਕ ਸਾਹਿਬ ਨੇ, ਭਾਵੇਂ ਹੋਰ ਵੀਰ ਨੇ, ਕੋਈ ਨਿਕਟਵਰਤੀ ਉਹਨਾਂ ਦੇ ਨਾਲ ਨਹੀਂ ਸੀ। ਤੇ ਉਹ ਇਕੱਲੇ ਸਨ, ਕੋਈ ਉਹਨਾਂ ਦਾ ਖਾਸ ਆਦਮੀ ਨਾਲ ਨਹੀਂ ਸੀ ਤੇ ਇਹ ਹਾਲਾਤ ਬਣ ਗਏ। ਬਾਕੀ ਦੇਖਦੇ ਹਾਂ ਜੀ, ਕਿਤੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਸਮਾਂ ਸਮਰੱਥ ਹੈ ਜੀ, ਅੱਗੇ ਕੀ ਬਣਦਾ। ਕੇਸ ਤੁਹਾਡੇ ਤੇ ਵੀ ਬੜੇ ਚੱਲ ਰਹੇ ਨੇ, ਜੇ ਆਪਾਂ ਐਟ ਪ੍ਰੈਜ਼ੈਂਟ ਤੁਹਾਡੀ ਗੱਲ ਕਰੀਏ, ਆਰਥਿਕ ਸਥਿਤੀ ਕੀ ਆ, ਮਾਨਸਿਕ ਸਥਿਤੀ ਕੀ ਆ? ਦੇਖੋ ਮਾਨਸਿਕ ਸਥਿਤੀ ਇੱਦਾਂ ਵੀ ਉਹ ਕਹਿੰਦੇ ਨੇ ਵੀ ਰੱਬ ਨਾ ਮਾਰੇ, ਬੰਦੇ ਦੇ ਮਾਰਿਆ ਬੰਦਾ ਨਹੀਂ ਮਰਦਾ। ਮਾਨਸਿਕ ਸਥਿਤੀ ਇਹ ਹੈ ਕਿਉਂਕਿ ਮੈਂ ਪਿੱਛੋਂ ਚੰਗੀ ਫੈਮਿਲੀ ਤੋਂ ਹਾਂ। ਮੇਰੇ ਫਾਦਰ ਸਾਹਿਬ ਲੀਡਰ ਆਫ ADGP ਰਹੇ ਨੇ, 3 DGP ਨਾਲ ਡਾਇਰੈਕਟ ਕੰਮ ਕੀਤਾ। ਏਅਰ ਫੋਰਸ ਵਿੱਚੋਂ ਰਿਟਾਇਰ ਹੋਏ ਨੇ, ਮੈਨੂੰ ਵੀ ਕੰਮ ਕਰ ਦਿੱਤਾ ਸੀ ਪਰਮੇਸ਼ਰ ਨੇ, ਵਧੀਆ ਗੁਜ਼ਾਰਾ ਚੱਲਦਾ ਜੀ। ਮੈਨੂੰ ਸ਼ੌਂਕ ਹੈ ਪ੍ਰਚਾਰ ਦਾ, ਪ੍ਰਸਾਰ ਦਾ, ਸੇਵਾਵਾਂ ਦਾ। ਇਹ ਨਹੀਂ ਵੀ ਅਸੀਂ ਪੱਲਿਓਂ ਕਰਦੇ ਹਾਂ, ਜਿੰਨੀ ਕੁ ਔਕਾਤ ਹੈ ਉਹਨਾਂ ਕਰਦੇ ਹਾਂ। ਸੰਗਤ ਦੇ ਸਹਿਯੋਗ ਤੋਂ ਬਿਨਾਂ ਬੰਦਾ ਕੁਝ ਨਹੀਂ ਕਰ ਸਕਦਾ ਜੀ। ਜੱਜ ਪਰਵਾਨਾ ਕੁਝ ਹੈ ਤੇ ਉਹ ਲੋਕਾਂ ਕਰਕੇ ਹੈ, ਲੋਕਾਂ ਦਾ ਬਣਾਇਆ। ਪਰਵਾਨੇ ਦੀ ਕੋਈ ਔਕਾਤ ਨਹੀਂ ਸੀ ਵੀ ਮੈਂ ਇਸ ਲੈਵਲ ਜਾ ਕੇ ਕੰਮ ਕਰ ਸਕਦਾ ਜੀ। ਬਾਕੀ ਆਰਥਿਕ ਸਥਿਤੀ ਦੀ ਗੱਲ ਕਰੀਏ ਤਾਂ ਪਿੱਛੇ ਜੇ ਇੱਕ ਹੋਰ ਸੰਤ ਤੋਂ, ਪ੍ਰਚਾਰਕ ਤੋਂ ਅਪਗ੍ਰੇਡ ਬਣੇ ਨੇ ਵੀ ਕਿਹਾ ਸੀ ਵੀ ਪੈਸੇ ਇਕੱਠੇ ਕਰ ਲੈਣੇ, ਤੇ ਮੈਂ ਤਾਂ ਠੋਕ ਕੇ ਕਹਿਣਾ ਵੀ 4.5 ਮਹੀਨੇ ਹੋ ਗਏ ਮੈਨੂੰ ਆਇਆ ਨੂੰ। 4.5 ਮਹੀਨੇ ਮੈਨੂੰ ਜੇਲ੍ਹ ਤੋਂ ਲੈ ਕੇ ਇੱਥੋਂ ਤੱਕ 4.5 ਮਹੀਨਾ ਟਾਈਮ ਹੈ। ਉਹ ਸਿੱਧ ਕਰਕੇ ਵਿਖਾਣ ਵੀ ਅਸੀਂ ਕਿੰਨਾ ਕੁ ਪੈਸਾ ਇਕੱਠਾ ਕੀਤਾ ਬਾਹਰੋਂ। ਸਰਕਾਰਾਂ ਨੇ ਵੀ ਦੋਸ਼ ਲਾਇਆ ਜੀ, ਜੇ ਦੋਸ਼ ਸਿੱਧ ਹੁੰਦਾ ਤੇ ਕਿੰਨਾ ਕੁ ਪਰਵਾਨਾ ਜਲਦੀ ਬਾਹਰ ਆ ਜਾਂਦਾ। ਤੇ ਤੀਜੀ ਗੱਲ ਸਰਦਾਰ ਸਾਹਿਬ, ਮੈਨੂੰ ਇਸ ਤੋਂ ਉੱਪਰ ਮੈਂ ਕੁਝ ਨਹੀਂ ਕਹਾਂਗਾ ਵੀ ਮੈਂ ਇਸ ਦੌਰਾਨ ਮੈਂ ਬੱਸਾਂ ਤੇ ਵੀ ਗਿਆ ਜੀ। ਮੈਂ ਲੁਧਿਆਣੇ ਜਾਣਾ ਸੀ, ਮੇਰੇ ਕੋਲ ਨਹੀਂ ਸੀ ਗੱਡੀਆਂ, ਮੇਰੀ ਥਾਣੇ 'ਚ ਸੀ, ਮੈਂ ਬੱਸ ਤੇ ਗਿਆ। ਮੈਂ ਇੱਕ ਦਿਨ ਅੰਬਾਲੇ ਜਾਣਾ ਸੀ, ਮੈਂ ਆਟੋ ਤੇ ਗਿਆ। ਮੈਨੂੰ ਸ਼ਰਮ ਨਹੀਂ ਕੋਈ, ਜੇਲ੍ਹ ਵੀ ਕੱਟੀ, ਮੈਨੂੰ ਕੋਈ ਸ਼ਰਮ ਨਹੀਂ ਇਹਦੇ 'ਚ। ਆਰਥਿਕ ਸਥਿਤੀ ਇਸ ਕਰਕੇ ਵੀ ਸਰਕਾਰਾਂ ਨੇ ਅਕਾਊਂਟ ਫਰੀਜ਼ ਕੀਤੇ ਹੋਏ, ਸਾਡੇ ਜਿਹੜੇ ਮੇਰੇ ਕੰਮਕਾਰ ਦੇ ਅਕਾਊਂਟ ਨੇ ਉਹ ਫਰੀਜ਼ ਹੈ, ਮੇਰਾ ਫੈਮਿਲੀ ਦਾ ਪਰਸਨਲ ਅਕਾਊਂਟ ਹੈ ਜਿਹੜਾ ਉਹ ਫਰੀਜ਼ ਹੈ। ਸੋ ਦਿੱਕਤਾਂ ਜਿਹੜੀਆਂ ਨੇ ਆ ਜਾਂਦੀਆਂ ਨੇ, ਪਰ ਇਹ ਦਿੱਕਤਾਂ ਬਹੁਤ ਛੋਟੀਆਂ ਲੱਗਦੀਆਂ ਨੇ। ਕਿਉਂਕਿ ਜਦੋਂ ਅਸੀਂ ਕੌਮ ਦੇ ਉਹਨਾਂ ਜਰਨੈਲਾਂ ਦਾ ਇਤਿਹਾਸ ਪੜ੍ਹਦੇ ਹਾਂ ਜਿਨ੍ਹਾਂ ਨੇ ਬੰਦ ਕਟਵਾਇਆ, ਜਿਨ੍ਹਾਂ ਨੇ ਖੋਪਰ ਲਵਾਏ, ਜਿਨ੍ਹਾਂ ਭੈਣਾਂ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ 'ਚ ਪਵਾਏ, ਜਿਹੜੇ ਜੰਗਲਾਂ 'ਚ ਘੋੜਿਆਂ ਦੇ ਕਾਠੀਆਂ 'ਤੇ ਰਹੇ, ਜਿਹੜੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ, ਤੇ ਸਰਦਾਰ ਸਾਹਿਬ ਉਹਨਾਂ ਦੇ ਮੁਕਾਬਲੇ ਤਾਂ ਆਟੇ 'ਚ ਲੂਣ ਜਿੰਨਾ ਵੀ ਸਾਨੂੰ ਸੇਕ ਨਹੀਂ ਲੱਗਿਆ। ਤੇ ਅਸੀਂ ਫਿਰ ਰੋਣ ਲੱਗ ਜਾਈਏ, ਹਾਏ ਹਾਏ ਕਰਨ ਲੱਗ ਜਾਈਏ, ਫਿਰ ਲਾਹਨਤ ਹੋਏਗੀ ਸਾਡੇ ਉਸ ਮਾਣਮੱਤੇ ਇਤਿਹਾਸ 'ਤੇ, ਸਾਡੇ ਵਰਗੇ ਸਵਾਹ ਪਾਉਣਗੇ ਉਸ ਇਤਿਹਾਸ 'ਤੇ। ਸੋ ਇਹ ਚੱਲਣੀਆਂ ਪੈਂਦੀਆਂ ਨੇ। ਕੇਸ ਕਿਹੜਾ ਇੱਕ ਹੈ? ਮੇਰੇ ਤੇ ਲੋਕਾਂ ਨੂੰ ਲੱਗਦਾ ਸ਼ਾਇਦ ਇੱਕ ਹੈ। 307 ਦੇ ਵੀ ਚੱਲਦੇ ਨੇ, ਟੋਟਲ ਲਗਭਗ 6-7 ਕੇਸ ਹੋ ਚੁੱਕੇ ਨੇ, ਜਿਹਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਵੀ 2 ਕਰੋੜ ਦਾ ਮੇਰੇ ਤੇ ਮਾਣਹਾਨੀ ਦਾ, ਡੈਫਾਮੇਸ਼ਨ ਦਾ ਪਾਇਆ ਹੋਇਆ, ਉਹ ਗੁਰੂ ਰਾਮਦਾਸ ਹਸਪਤਾਲ ਵੱਲੋਂ ਮੇਰੇ ਤੇ ਉਹ ਵੀ ਦੂਜੀ ਤਰੀਕਾਂ ਭੁਗਤ ਕੇ ਭਾਜੀ ਥੱਕ ਜਾਂਦੇ ਅਸੀਂ ਤਾਂ। ਹੁਣ ਮੇਰੀ ਪਟਿਆਲੇ 3 ਭਾਜੀ ਮੇਰੇ ਲਗਭਗ 7 ਗੇੜੇ ਤਾਂ ਮਹੀਨੇ 'ਚ ਮੇਰੇ ਪੱਕੇ ਨੇ, ਵੀ 7 ਗੇੜੇ ਮੇਰੇ ਪੱਕੇ ਨੇ। 1-2 ਵੱਧ ਲੱਗ ਜੇ ਪਤਾ ਨਹੀਂ, 7 ਘੱਟੋ ਘੱਟ 7 ਦਿਨ ਮੇਰੇ ਕੋਟਾਂ ਦੇ ਹੈਗੇ ਨੇ। ਫਿਰ ਕਿਤੇ ਨਾ ਕਿਤੇ ਵਕੀਲ ਨੂੰ ਮਿਲਣ ਜਾਣਾ ਪੈਂਦਾ। ਫਿਰ ਇਹ ਮੈਂ ਫਿਰ ਕਹਿ ਰਿਹਾ ਵੀ ਇਹ ਆਪਾਂ ਲੋਕਾਂ ਨੂੰ ਸੁਣਾ ਨਹੀਂ ਰਹੇ, ਜਿੰਨਾ ਕੁ ਮੋਢਿਆਂ 'ਚ ਭਾਰ ਹੈਗਾ ਚੱਲਾਂਗੇ ਤੇ ਚੱਲਦੇ ਵੀ ਪਏ ਆ।
ਅਸੀਂ ਤੇ ਕਦੇ ਢੰਡੋਰਾ ਪਿੱਟਿਆ ਨਹੀਂ, ਹਾਏ ਮਰ ਗਏ ਸਾਡੇ ਤੇ ਇੰਨੇ ਕੇਸ। ਐਵੇਂ ਪ੍ਰਵਾਨਾ ਜੀ ਬੈਠੇ ਬੈਠੇ ਕਦੇ ਵਿਚਾਰ ਤਾਂ ਨਹੀਂ ਆਇਆ ਕਿ ਯਾਰ ਆਪਾਂ ਕੀ ਲੈਣਾ ਸੀਗਾ, ਠੀਕ ਹੈ ਜੇ ਆਪਾਂ ਸਿੰਪਲ ਪ੍ਰਚਾਰ ਕਰ ਰਹੇ ਸੀ ਚਲੋ ਕਰੀ ਜਾਂਦੇ ਸੀ, ਜੇ ਇਹ ਰੌਲੇ ਵਾਲੀਆਂ ਗੱਲਾਂ 'ਚ ਨਾ ਪੈਂ ਆਉਂਦਾ ਹੈ ਕਿ ਲੋਕਾਂ ਨੇ ਤਾਂ ਸਾਥ ਦਿੱਤਾ ਨਹੀਂ। ਨਹੀਂ ਆਉਂਦਾ, ਪਰ ਫਿਰ ਗੱਲ ਉਹੀ ਆ ਜਾਂਦੀ ਆ ਵੀ ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਭਾਜੀ ਤੁਸੀਂ ਕਿਸਾਨੀ ਸੰਘਰਸ਼ ਵਿੱਚ ਐਡਾ ਯੋਗਦਾਨ ਦਿੱਤਾ, ਮਤਲਬ ਸੇਵਾਵਾਂ ਸਾਡੀ ਕੀ ਔਕਾਤ ਹੈ, ਲੋਕਾਂ ਨੇ ਦਿੱਤਾ ਤੁਸੀਂ ਵੰਡਿਆ, ਵੀ ਤੁਹਾਡੇ ਨਾਲ ਕਿਸਾਨ ਜਥੇਬੰਦੀਆਂ ਨਹੀਂ ਖੜੀਆਂ। ਫਿਰ ਮੈਂ ਇੱਕੋ ਗੱਲ ਉਹਨਾਂ ਨੂੰ ਕਹੀ ਵੀ ਮੈਂ ਜੇ ਉਹਨਾਂ ਆਪ ਕੁਝ ਕਰਾਂ ਕਿਸੇ ਵਾਸਤੇ ਤੇ ਉਹਨਾਂ ਕੋਲੋਂ ਉਮੀਦ ਕਰਾਂ ਸੋ ਬਿਜ਼ਨਸ ਹੋਏਗਾ, ਉਹ ਸੇਵਾ ਨਹੀਂ ਕਹਿ ਸਕਦੇ। ਸੋ ਮੈਨੂੰ ਲੱਗਦਾ ਵੀ ਮੈਂ ਅੱਜ ਵੀ ਉਸੇ ਜਗ੍ਹਾ ਖੜਿਆ, ਮੈਨੂੰ ਕੋਈ ਆਵਾਜ਼ ਮਾਰਦਾ ਤੇ ਪਰਵਾਨਾ ਆ ਜਾ ਰਿਹਾ। ਠੀਕ ਹੈ, ਆਖਰੀ ਸਵਾਲ ਹੈ ਫਿਰ ਆਪਾਂ ਸਮਾਪਤ ਕਰਾਂਗੇ ਇੰਟਰਵਿਊ। 2022 ਦੇ ਵਿੱਚ ਹੁਣ ਦੋ ਕੁ ਮਹੀਨੇ ਰਹਿ ਗਏ ਆ, ਇਲੈਕਸ਼ਨ ਆਊਗੀ, ਤੁਹਾਨੂੰ ਲੱਗਦਾ ਕਿ ਕੋਈ ਐਸੀ ਪਾਰਟੀ ਆ ਸਕਦੀ ਹੈ ਜਿਹੜੀ ਵਾਕਈ ਦੇ ਵਿੱਚ ਪੰਜਾਬ ਦਾ ਭਲਾ ਕਰ ਸਕਦੀ? ਮੈਨੂੰ ਪਾਰਟੀ ਦਾ ਤੇ ਪਤਾ ਨਹੀਂ, ਪਾਰਟੀਆਂ ਅੱਜ ਹੀ ਮੈਂ ਉਹਦਾ ਗੱਲ ਕਰਦਾ ਪਿਆ ਸੀ। ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਮੈਨੂੰ ਨਾਗ ਵੱਲ ਪਾਉਣਾ ਹੁੰਦਾ, ਬਿਲਕੁਲ ਕਹਿੰਦੇ ਮੈਨੂੰ ਧਾਰਾਂ ਕੱਢਣੀਆਂ ਆਉਂਦੀਆਂ, ਮੈਨੂੰ ਮੰਜਾ ਬੁਣਨਾ ਹੁੰਦਾ, ਕਹਿੰਦੇ ਮੈਨੂੰ ਗੁੜ ਕੱਢਣਾ ਹੁੰਦਾ, ਮੈਂ NRA ਵੀ ਹਾਂ, ਕਹਿੰਦੇ ਮੈਨੂੰ ਦੌੜਨਾ ਵੀ ਆਉਂਦਾ, ਮੈਨੂੰ ਬਰਸੀਨ ਵੱਢਣੀ ਆਉਂਦੀ ਹੈ। ਫਿਰ ਉਹ ਕਹਿੰਦੇ ਵੀ ਮੇਰੇ ਨਾਲ ਮੁਕਾਬਲਾ ਨਹੀਂ ਹੋ ਸਕਦਾ। ਪ੍ਰਵਾਨਾ ਜੀ ਕੰਮ ਕੀਤੇ ਹੁਣ ਉਹਨਾਂ ਨੇ ਵਾਕਈ? ਕਹਿੰਦੇ ਨੇ, ਕਹਿੰਦੇ ਮੈਨੂੰ ਆਉਂਦੇ ਨੇ, ਮੈਂ ਕੋਈ ਡੰਗਰ ਰੱਖੇ ਨੇ, ਨਹੀਂ ਇੰਨੇ ਕਿ ਤਾਂ ਮੈਨੂੰ ਵੀ ਆਉਂਦੇ। ਚੰਡੀਗੜ੍ਹ ਜਾ ਕੇ ਸਬਜ਼ੀ ਵੇਚਦਾ ਰਿਹਾ, ਸਾਡਾ ਸਬਜ਼ੀ ਦਾ ਖੇਤੀ ਆਪਣੀ ਸੀ, ਮੈਂ +2 ਤੋਂ ਬਾਅਦ ਵਿਹਲਾ ਰਿਹਾ ਤੇ ਮੈਂ ਜਾਂਦਾ ਰਿਹਾ। ਇਹ ਤਾਂ ਭਾਜੀ ਮੇਰੇ ਆਪਣੇ ਕੰਮ ਨੇ, ਟੈਂਟ ਦਾ ਕੀਤਾ, ਕੁਛ ਕੀਤਾ, ਅਸੀਂ ਵੀ ਕੰਮ ਕਰਦੇ ਪਿਆ। ਪਰ ਤੁਹਾਨੂੰ ਇਹ ਅਹੁਦਾ ਇਸ ਕਰਕੇ ਨਹੀਂ ਮਿਲਿਆ ਵੀ ਤੁਸੀਂ ਲੋਕਾਂ ਨੂੰ ਦੱਸੋ ਵੀ ਮੈਂ ਨਾਗ ਵੱਲ, ਤੁਹਾਡੇ ਕੋਲ ਅਸੀਂ ਨਾਗ ਵੱਲ ਨਹੀਂ ਸਿੱਖਣੇ ਚੰਨੀ ਸਾਹਿਬ, ਤੁਹਾਡੇ ਕੋਲ ਅਸੀਂ ਧਾਰਾਂ ਕੱਢਣੀਆਂ ਨਹੀਂ ਸਿੱਖਣੀਆਂ। ਤੁਸੀਂ ਸਾਨੂੰ ਯਾਰ ਮੈਡੀਕਲ ਦਿਓ, ਸਾਨੂੰ ਐਜੂਕੇਸ਼ਨ ਦਿਓ, ਸਾਨੂੰ ਰੁਜ਼ਗਾਰ ਦਿਓ, ਸਾਨੂੰ ਫੈਕਟਰੀ ਦਿਓ, ਸਾਨੂੰ ਸਿਸਟਮ ਦਿਓ, ਆਹ ਚਾਹੀਦਾ। ਇਸ ਵਿਸ਼ੇ ਤੇ ਕੋਈ ਗੱਲ ਹੀ ਨਹੀਂ ਕਰ ਰਿਹਾ। ਪਰ ਲੋਕ ਤਾਂ ਪਸੰਦ ਬਹੁਤ ਕਰਦੇ ਨੇ ਨਾ, ਲੋਕ ਜਵਾਕਾਂ ਨੂੰ ਝੂਟਾ ਦਵਾਤਾ ਉਹਨਾਂ ਨੇ। ਗੱਲ ਪਤਾ ਕੀ ਆ, ਸਾਡੇ ਲੋਕਾਂ ਦੀ ਜਿਹੜੀ ਮੈਂਟਲਿਟੀ ਹੈ ਨਾ, ਸੋਚ ਹੈ, ਉਹ ਖਤਮ ਹੋ ਚੁੱਕੀ। ਸਾਡੇ ਲੋਕ ਭੁੱਲ ਜਾਂਦੇ, ਬਿਲਕੁਲ ਭੁੱਲ ਜਾਂਦੇ। ਸੋ ਮੈਂ ਫਿਰ ਕਹਿ ਰਿਹਾ ਵੀ ਹਾਲਾਤ ਦੱਸਣਗੇ, ਐਲਾਨ ਲੋਕਾਂ ਤੇ ਦੱਸਦਾ। ਮੈਂ ਤਾਂ ਘਰ ਦੇ ਬਾਹਰ ਵੀ ਲਿਖਣ ਲੱਗਾ ਸੀ ਵੀ ਕਿਸੇ ਤਰ੍ਹਾਂ ਦਾ ਐਲਾਨ ਕਰਵਾਉਣਾ ਹੋਵੇ ਤੇ ਮਿਲੋ, ਮੈਂ ਚੰਨੀ ਸਾਹਿਬ ਨੂੰ ਮਿਲ ਲਾਂਗਾ ਵੀ ਕੀ ਭੇਟਾ ਲੈਂਦੇ ਹੋ ਐਲਾਨ, ਜਿਵੇਂ ਅਸੀਂ ਪ੍ਰਚਾਰ ਹੈਗਾ ਕਥਾ ਦੀ ਭੇਟਾ ਲੈਂਦੇ ਹਾਂ ਵੀ ਅਸੀਂ ਭੇਟਾ ਲੈਣੀ ਤੇ ਚੰਨੀ ਸਾਹਿਬ ਤੁਹਾਡੀ ਕੀ ਭੇਟਾ ਐਲਾਨ ਕਰਨ ਦੀ ਵੀ ਆਹ ਐਲਾਨ ਕਰਨਾ। ਸੋ ਐਲਾਨਾਂ ਨਾਲ ਨਹੀਂ ਹੁੰਦਾ ਕੁਛ, ਗਰਾਊਂਡ ਲੈਵਲ ਤੇ ਜੇ ਐਲਾਨ ਹੀ ਹੁੰਦੇ ਪੱਕੇ ਕਰਤੇ ਮੁਲਾਜ਼ਮ, ਉਹ ਤਾਂ ਰੋਡਾਂ ਤੇ ਬੈਠੇ ਹੋਏ ਨੇ ਸਾਰੇ ਮੁਲਾਜ਼ਮ। ਅੱਜ ਹੀ ਬਿਆਨ ਆਇਆ, ਉਹ ਕਹਿੰਦੇ ਮੈਂ ਐਲਾਨ ਜੀਤ ਨਹੀਂ, ਮੈਂ ਵਿਸ਼ਵਾਸ ਨਹੀਂ। ਵਿਸ਼ਵਾਸ ਜੀਤ ਤੇ ਕਿਹਨੂੰ ਮਿਲ ਗਈਆਂ ਨੌਕਰੀਆਂ? ਜਵਾਬ ਦਿਓ। ਕਿਸਾਨਾਂ ਨੂੰ ਕੀ ਮਿਲ ਗਿਆ ਹੁਣ ਤੱਕ? ਜਿਹੜੇ ਕਹਿੰਦੇ ਕਿਸਾਨਾਂ ਨੂੰ, ਜਾਂ ਕਿੰਨੇ ਕੁ ਸਪੋਰਟਸ ਕੋਟੇ 'ਚ ਕੀ ਹੋ ਗਿਆ, ਐਜੂਕੇਸ਼ਨ ਦਾ ਕੀ ਸੁਧਾਰ ਹੋ ਗਿਆ? ਭਾਜੀ ਅਸੀਂ ਉਹਨਾਂ 'ਤੇ ਦੋਸ਼ ਨਹੀਂ, ਮੈਂ ਇੱਕ ਨਾਲ ਹੋਰ ਕਹਾਂਗਾ, ਸਾਡਾ ਉਹਨਾਂ ਨਾਲ ਕੋਈ, ਇਟਸ ਨਾਟ ਮਾਈ ਹੈਬਿਟ ਟੂ ਡਿਫੇਮ ਐਨੀਵਨ, ਪਰ ਉਹਦੇ 'ਚ ਕੀ ਆ, ਬਟ ਜਿਹੜਾ ਕੰਪੈਰੀਟਿਵ ਸਟੱਡੀਜ਼ ਕੰਪੈਰੀਜ਼ਨ ਕਰਨਾ ਪੈਂਦਾ, ਉਹ ਇਹ ਹੈ ਵੀ ਉਹਨਾਂ ਦੇ ਦੋਸ਼ ਨਹੀਂ ਕੋਈ ਉਹਨਾਂ ਦਾ। ਜਿਹੜੇ ਬੰਦੇ ਨੂੰ ਮਹੀਨੇ ਹੀ 2 ਮਿਲਣ, 4.5 ਸਾਲ ਕੈਪਟਨ ਕੁਝ ਕਰਕੇ ਨਹੀਂ ਗਿਆ, 2 ਸਾਲ ਚੰਨੀ ਕੀ ਕਰੂਗਾ? ਪਰ ਉਹਨਾਂ ਨੂੰ ਲੋਲੀਪੌਪ ਨਹੀਂ ਦੇਣੇ ਚਾਹੀਦੇ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਮੈਨੂੰ ਮੌਕਾ ਦਿਓ, ਮੈਂ ਆਉਣ ਵਾਲੇ ਸਮੇਂ 'ਚ ਜ਼ਰੂਰ ਕੁਛ। ਕੋਈ ਫਰਕ ਹੈ ਪਹਿਲੇ ਮੁੱਖ ਮੰਤਰੀ ਤੇ ਇਸ ਮੁੱਖ ਮੰਤਰੀ ਦੇ ਵਿੱਚ? ਭਾਜੀ ਤੁਸੀਂ ਲੋਕਾਂ 'ਚ ਆਮ ਤਰ੍ਹਾਂ ਵਿਚਰੋਗੇ ਜਾਂ ਇੱਕ ਸਿਰਫ ਇਨਸਾਨ ਦਾ ਹੀ ਫਰਕ ਪਿਆ ਕਿ ਉਹ ਸ਼ਾਹੀ ਪਰਿਵਾਰ ਤੋਂ ਇੱਕ ਆਮ ਪਰਿਵਾਰ? ਜਦੋਂ ਚੰਨੀ ਜੀ ਮੰਤਰੀ ਸੀ, MLA ਸੀ, ਉਦੋਂ ਦੀਆਂ ਵੀਡੀਓਜ਼ ਦਿਖਾ ਦਿਓ ਲੋਕਾਂ 'ਚ ਆਮ ਵਿਚਰਨ ਦੀਆਂ, ਮੈਂ ਤੁਹਾਡਾ ਦੇਣਦਾਰ ਹਾਂ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਸਭ? ਉਦੋਂ ਦੀਆਂ ਵੀਡੀਓ ਦਿਖਾਓ ਲੋਕਾਂ 'ਚ ਆਮ ਬੈਠ ਕੇ ਚਾਹ ਪੀਂਦੇ ਪਏ ਨੇ, ਜਾਂ ਲੋਕਾਂ 'ਚ ਆਮ ਬੈਠੇ ਇੱਦਾਂ ਦੀਆਂ ਕੋਈ ਵੀਡੀਓ ਹੈਗੀਆਂ ਨੇ? ਮੈਂ ਤਾਂ ਕਦੇ ਨਹੀਂ ਵੇਖੀਆਂ। ਮੁੱਖ ਮੰਤਰੀ ਬਣਨ ਤੋਂ ਬਾਅਦ ਸੈਲੀਬ੍ਰਿਟੀ ਭਾਜੀ ਨੋਰਮਲ ਗੱਲਾਂ ਨੇ। ਤੇ ਦੂਜੀ ਗੱਲ ਮੈਂ ਅੱਜ ਵੀ ਕਹਾਂਗਾ ਪੰਜਾਬ ਦੇ ਯੂਥ ਨੂੰ, ਉੱਠੋ, ਤਗੜੇ ਹੋਵੋ। ਮੈਂ ਤੁਹਾਨੂੰ ਵੀ ਕਹਾਂਗਾ ਆਪ ਇਲੈਕਸ਼ਨ ਲੜੋ, ਤਿਆਰੀ ਕਰੋ। ਗੱਲ ਉੱਥੇ ਆ ਜਾਂਦੀ ਹੈ ਨਾ, ਤਿਆਰੀ ਕਰੋ। ਪੈਸਾ ਕਿੱਥੋਂ ਲੈ ਕੇ ਆਵੇ ਨੌਜਵਾਨ? ਭਾਜੀ ਮੈਂ ਮੰਨਦਾ ਪੈਸਾ ਲੱਗਦਾ, ਪਰ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਚੀਜ਼ ਪੈਸਾ ਹੀ ਲੱਗੇ। ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ, ਮੰਡੀ ਵਿੱਚ 1000 ਰੁਪਈਆ ਤੇ ਸ਼ਰਾਬ ਦੀ ਬੋਤਲ ਲੈ ਕੇ ਜਾਈਏ ਨਾ ਤੇ ਗਧਾ ਨਹੀਂ ਖਰੀਦਿਆ ਜਾਂਦਾ, ਪਰ ਰਾਜਨੀਤਿਕ ਲੋਕ ਤੁਹਾਨੂੰ 1000 ਰੁਪਈਏ ਤੇ ਇੱਕ ਬੋਤਲ ਵਿੱਚ ਖਰੀਦ ਜਾਂਦੇ ਨੇ। ਇਹ ਔਕਾਤ ਹੈ ਤੁਹਾਡੀ, ਇਸ ਚੀਜ਼ ਤੋਂ ਬਚ ਜਾਓ, ਤੁਸੀਂ ਆਪਣਾ ਨੇਤਾ ਚੰਗਾ ਚੁਣ ਲਓਗੇ। ਸੋ ਤਿਆਰੀ ਕਰੋ ਰਾਜਨੀਤੀ ਦੀ, ਅਸੀਂ ਵੀ ਕਰ ਰਹੇ ਹਾਂ ਤਿਆਰੀ, ਨੌਜਵਾਨਾਂ ਨੂੰ ਵੀ ਤਿਆਰੀ ਕਰਵਾ ਰਹੇ ਹਾਂ ਵੀ ਲੜੋ ਖੜੋ, ਜਿੰਨੀ ਕਿ ਸਾਡੇ ਕੋਲ ਸਪੋਰਟ ਹੋਏਗੀ ਅਸੀਂ ਕਰਾਂਗੇ। ਬਾਈ 'ਚ ਖੜੋਗੇ ਫਿਰ? ਸਮੇਂ ਦਾ ਨਹੀਂ ਕੋਈ ਪਤਾ ਹੁੰਦਾ, ਸਮੇਂ ਦਾ ਕੋਈ ਪਤਾ ਨਹੀਂ ਹੁੰਦਾ। ਮੈਂ ਐਲਾਨ ਨਹੀਂ ਕਰਨਾ ਚਾਹੁੰਦਾ, ਕਿਸੇ ਧਿਰ ਨਾਲ ਜੁੜੋਗੇ ਜਾਂ ਆਪਣੀ? ਅਜੇ ਕੁਝ ਨਹੀਂ ਕਹਿ ਸਕਦੇ, ਪਰ ਸਮੇਂ ਦਾ ਕੋਈ ਪਤਾ ਨਹੀਂ। ਜਿੱਦਣ ਉਹ ਵਹਾਲ ਹੈ ਜੇ
ਤੁਰਨਾ ਚਾਹੀਦਾ, ਕਿਉਂਕਿ ਰਾਜ ਬਿਨਾ ਨਾ ਹੈ ਧਰਮ ਚਲਾ ਹੈ, ਧਰਮ ਬਿਨਾ ਸਭ ਦਲਾ ਮਲਾ ਹੈ। ਰਾਜਨੀਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਦਿੱਤੀ ਆ। ਰਾਜਨੀਤੀ ਪੈਰ ਦੀ ਜੁੱਤੀ, ਧਰਮ ਸਿਰ ਦਾ ਤਾਜ ਸੀ, ਪਰ ਗਲਤ ਹੋ ਗਿਆ, ਧਰਮ ਪੈਰਾਂ 'ਤੇ ਜੁੱਤੀ ਸਿਰ ਤੇ ਲੈ ਕੇ ਬਹਿ ਗਏ। ਪਰ ਹੁਣ ਉਹੀ ਹੈ ਨਾ ਕਿ ਸਵਾਲਾਂ 'ਚੋਂ ਸਵਾਲ ਨਿਕਲ ਆਉਂਦਾ, ਜਿੰਨੇ ਵੀ ਆਗੂ ਹੁਣ ਨੌਜਵਾਨ ਅਸੀਂ ਦੇਖ ਰਹੇ ਹਾਂ, ਬਹੁਤ ਸਾਰੇ ਨੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ 'ਚ ਬਹੁਤ ਵੱਡਾ ਕੰਮ ਕਰਕੇ ਦਿਖਾਇਆ, ਉਹ ਹੁਣ ਰਾਜਨੀਤੀ 'ਚ ਆ ਰਹੇ ਨੇ। ਲੱਖਾ ਸਿਧਾਣਾ, ਮੈਂ ਕਹਿੰਦਾ ਜੀ ਚੰਗੀ ਗੱਲ ਹੈ, ਲੱਖਾ ਸਿਧਾਣਾ ਨੂੰ ਆਉਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ, ਮੈਂ ਕੁਝ ਦਿਨ ਪਹਿਲਾਂ ਪਾਈ ਸੀ ਪੋਸਟ ਇੱਕ, ਸੋਨੀਆ ਮਾਨ ਕਹਿੰਦੀ ਆ ਮੈਂ ਇਲੈਕਸ਼ਨ, ਲੱਖਾ ਕਹਿੰਦਾ, ਪਰ ਮੈਂ ਉਹਦੇ ਤੇ ਕਮੈਂਟ ਕੀਤਾ ਸੀ ਵੀ ਜਦੋਂ ਦੀਪ ਕਹਿੰਦਾ ਸੀ ਹਾਂ ਉਦੋਂ ਉਹਨੂੰ ਆਰਐਸਐਸ ਤੇ ਬੀਜੇਪੀ ਦਾ ਬੰਦਾ ਕਿਉਂ ਕਹਿੰਦੇ ਸੀ ਯਾਰ। ਜੇ ਉਦੋਂ ਤੋਂ ਹੀ ਇਕੱਠੇ ਹੋ ਕੇ ਇਸ ਚੀਜ਼ ਤੇ ਗੱਲ ਕੀਤੀ ਹੁੰਦੀ, ਅੱਜ ਸ਼ਾਇਦ ਸਾਡਾ ਸਟੈਂਡ ਕੁਝ ਹੋਰ ਹੁੰਦਾ ਸੀ, ਅਸੀਂ ਮਜ਼ਬੂਤ ਹੁੰਦੇ ਉਦੋਂ ਤੋਂ ਹੀ। ਸੋ ਮਜ਼ਬੂਤ ਹੁੰਦੇ ਤਾਂ ਅੱਜ ਵੀ ਡੁੱਲਿਆਂ ਬਿਰਾਂ ਦਾ ਕੁਝ ਨਹੀਂ ਵਿਗੜਿਆ। ਚੰਗੀ ਗੱਲ ਹੈ ਜੇਕਰ ਕਿਸਾਨ ਬਣਾ ਲੈਣ ਆ ਕੇ ਪਾਰਟੀ ਆਪਣੀ। ਹਾਂਜੀ, ਕਿਸਾਨ ਬਣਾ ਲੈਣ ਆ ਕੇ ਪਾਰਟੀ ਆਪਣੀ। ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ। ਉਹ ਤਾਂ ਗੁਰਨਾਮ ਸਿੰਘ ਚੜੂਨੀ ਹਰਿਆਣੇ ਤੋਂ ਆ ਕੇ ਪੰਜਾਬ 'ਚ ਹਲਾਰਾ ਦੇਣ ਵਾਲੇ ਨੂੰ ਕਾਲੀਆਂ ਝੰਡੀਆਂ ਦਿਖਾਉਣਾ ਚਾਹੁੰਦੇ ਨੇ, ਤੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ। ਬਣਾਉਣਗੇ ਤਾਂ ਅਸੀਂ ਪੂਰੀ ਸਪੋਰਟ ਤਨਦੇਹੀ ਨਾਲ ਨਹੀਂ, ਧਨਦੇਹੀ ਨਾਲ ਵੀ ਕਰਾਂਗੇ। ਜੋ ਸਾਡੀ ਔਕਾਤ ਆ, ਮੈਨੂੰ ਪਲਾਟ ਵੇਚਣਾ ਪਵੇ ਮੈਂ ਉਹ ਵੀ ਵੇਚੂੰਗਾ, ਜ਼ਮੀਨ ਵੇਚਣੀ ਪਵੇ ਮੈਂ ਉਹ ਵੀ ਵੇਚ ਦੂੰਗਾ। ਕੋਈ ਚੰਗੇ ਕਿਰਦਾਰ ਕੁਝ ਕਿਸਾਨ ਜਥੇਬੰਦੀਆਂ ਕਰਦੀਆਂ ਨੇ, ਮੇਰੀ ਜਿੰਨੀ ਔਕਾਤ ਹੋਗੀ ਮੈਂ ਸਪੋਰਟ ਕਰੂੰਗਾ, ਪਰ ਪੰਜਾਬ ਦੇ ਹਾਲਾਤ ਬਦਲੋ। ਠੀਕ ਹੈ ਪ੍ਰਵਾਨਾ ਜੀ, ਅੱਜ ਦੀ ਸਾਡੀ ਖੁਸ਼ੀ 'ਚ ਸ਼ਾਮਿਲ ਹੋਏ ਤੁਸੀਂ, ਬਹੁਤ ਸਾਰੀਆਂ ਗੱਲਾਂ ਕੀਤੀਆਂ। ਬਹੁਤ ਵਧਾਈਆਂ ਸਾਰੇ ਔਨ 에ਅਰ ਵੇਖ ਰਹੇ ਚੈਨਲਾਂ ਨੂੰ, ਵੀਰ ਸਿਮਰਨਜੋਤ ਸਿੰਘ ਮੱਕੜ, ਵੀਰ ਹਰਪ੍ਰੀਤ ਸਿੰਘ ਦੇਵਗਨ, ਤੁਹਾਨੂੰ ਸਾਰੇ ਪਰਿਵਾਰ ਨੂੰ ਕੁਟਾਨ ਵਧਾਈਆਂ। ਤੇ ਇਹ ਔਨ 에ਅਰ ਦਾ ਪਰਿਵਾਰ ਇਸੇ ਤਰ੍ਹਾਂ ਖੁਸ਼ੀਆਂ ਮਾਣੇ ਤੇ ਦਿਨ ਰਾਤ ਦੁੱਗਣੀ ਚੌਗੁਣੀ ਤਰੱਕੀ ਜਿਹੜੀ ਆ ਉਹ ਕਰੇ, ਤੇ ਸਾਡੇ ਵਰਗੀਆਂ ਗਰੀਬਾਂ ਦੀ ਵੀਡੀਓ ਬਣਾਉਂਦਾ ਰਹੇ, ਤੇ ਸਾਡੀ ਵੀ ਪ੍ਰਮੋਸ਼ਨ ਹੁੰਦੀ ਰਹੇ ਮਾੜੇ ਮੋਟੇ ਮਾਤੜ ਬੰਦਿਆਂ ਦੀ। ਥੈਂਕ ਯੂ ਜੀ, ਧੰਨਵਾਦ ਪ੍ਰਵਾਨਾ ਜੀ। ਸੋ ਭਾਈ ਬਲਜਿੰਦਰ ਸਿੰਘ ਪ੍ਰਵਾਨਾ ਦਾ ਮੰਨਣਾ ਹੈ ਕਿ ਬੇਸ਼ੱਕ ਵੱਡੀ ਜਿੱਤ ਮਿਲੀ ਹੈ ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ, ਪਰ ਇਹਨਾਂ ਦਾ ਮੰਨਣਾ ਹੈ ਕਿ ਸਰਕਾਰ ਪਿੱਛੇ ਹਟੀ ਹੈ, ਸਰਕਾਰ ਨੇ ਆਪਣੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ। ਮੰਨਣਾ ਹੈ ਕਿ ਸਰਕਾਰ ਵਾਪਸ ਵੱਡੀ ਤਿਆਰੀ ਦੇ ਨਾਲ ਆ ਸਕਦੀ ਹੈ। ਸੋ ਦੇਸ਼ ਦੇ ਕਿਸਾਨਾਂ ਨੂੰ ਸਲਾਹ ਆ ਕਿ ਤਿਆਰੀ 'ਚ ਰਹਿਣੀ ਚਾਹੀਦੀ ਹੈ, ਤਿਆਰੀ ਰੱਖਣੀ ਚਾਹੀਦੀ ਹੈ, ਕਿਉਂਕਿ ਸਰਕਾਰ ਕਿਸੇ ਵੀ ਸਮੇਂ ਆਪਣਾ ਦੂਸਰਾ ਹੱਲਾ ਬੋਲ ਸਕਦੀ ਹੈ। ਸੋ ਬੜੀ ਜਲਦ ਫਿਰ ਮਿਲਾਂਗੇ। ਹੁਣ ਤੱਕ ਦੇ ਲਈ ਧੰਨਵਾਦ।